ओके सो लास्ट टाइम ਆਪਾਂ ਕਾइनेटिक ਥਿਉਰੀ ਆਫ ਗੈਸਿਸ ਸਟੱਡੀ ਕੀਤਾ ਸੀ KTG। ਠੀਕ ਹੈ, ਇਹਦੇ ਕੁਝ ਪੋਸਟੂਲੇਟਸ ਕੀਤੇ ਸੀ ਤੇ KTG ਸਾਨੂੰ ਬਿਹੇਵੀਅਰ ਆਫ ਗੈਸਿਸ ਬਾਰੇ ਦੱਸਦਾ ਹੈ ਮੋਲੀਕੂਲਰ ਲੈਵਲ ਤੇ ਕਿ ਉਹ ਕਿਵੇਂ ਕਿਵੇਂ ਬਿਹੇਵ ਕਰ ਰਹੀਆਂ, ਉਹਦੇ ਕੀ ਕੀ ਰੀਜ਼ਨਸ ਹੋ ਸਕਦੇ ਆ। then after discussing the postulates ਆਪਾਂ ਪੜ੍ਹੀ ਸੀ ਕਾइनेटिक ਗੈਸ ਇਕੁਏਸ਼ਨ। ਪੜ੍ਹੀ ਸੀ ਇਹ ਕੀ ਹੁੰਦੀ ਹੈ ਸਾਹਿਬ? ਕਾइनेटिक ਗੈਸ ਇਕੁਏਸ਼ਨ ਦੀ ਵੈਲਿਊ ਦੱਸੀ, ਐਕਸਪ੍ਰੈਸ਼ਨ ਕੀ ਸੀਗਾ? मैम काइनेटिक गैस इक्वेशन पढ़ी सी। ਆ ਦੇਖ ਤੂੰ ਕਿੰਨੀ ਪੜ੍ਹਾਈ ਕਰ ਰਿਹਾ, ਤੂੰ ਪਤਾ ਲੱਗ ਰਿਹਾ ਪੜ੍ਹਾਈ ਨਾ ਨਹੀਂ ਸੀ। ਮੇਰੇ ਸਾਹਮਣੇ ਇਹ ਨਹੀਂ ਪੜ੍ਹੀ ਅਸੀਂ ਕਾइनेटिक गैस इक्वेशन। ਅੱਛਾ ਤੁਸੀਂ ਸ਼ੁਰੂਆਤ ਪੋਸਟੂਲੇਟਸ ਦੀ ਕਰਾਈ ਸੀ ਗੱਲੇ। ਬੇਟਾ ਕਰਾਈ ਸੀ ਇਹ, ਦੇਖੋ ਯਾਦ ਕਰਾਵਾਂ, ਕਰਾਈ ਨਹੀਂ ਸੀ, ਸਾਰੀ ਕਰਾਤੀ ਸੀ ਇਹ। ਚਲੋ ਦੁਬਾਰਾ ਦੱਸ ਦਿੰਨੀ। ਕਾइनेटिक गैस ਇਕੁਏਸ਼ਨ ਕਾइनेटिक गैस ਥਿਉਰੀ ਦੇ ਬੇਸ ਤੇ ਜਿਹੜੀ ਹੈ ਉਹ ਡਰਾਈਵ ਕੀਤੀ ਗਈ ਸੀ, ਉਹਦੀ ਡੈਰੀਵੇਸ਼ਨ ਨਹੀਂ ਕਰਨੀ, ਬਸ ਯਾਦ ਰੱਖਣੀ ਹੈ। काइनेटिक गैस इक्वेशन की होंगी है PV इज इक्वल टू 1/3 mn URMS द स्क्वायर। P की है प्रेशर ऑफ गैस, V की है वॉल्यूम ऑफ गैस, M होंगे मास ऑफ सिंगल पार्टिकल, मास ऑफ वन पार्टिकल ऑफ गैस या वन मॉलिक्यूल ऑफ गैस असी कह सकते हैं। कैपिटल N की है नंबर ऑफ मॉलिक्यूल्स। हुण मान लै ਆ ਵਿੱਚ ਨਹੀਂ ਬੋਲਣਾ, ਮੰਨ ਲੈ ਅਸੀਂ ਕੋਈ ਗੈਸ ਦਾ ਸੈਂਪਲ ਸਟੱਡੀ ਕਰ ਰਹੇ ਹਾਂ, ਉਹਦੇ ਵਿੱਚ ਕਿੰਨੇ ਮੋਲੀਕਿਊਲਸ ਹੈ, ਉਹ n ਹੈ ਕੈਪੀਟਲ N, ਤੇ ਇੱਕ ਮੋਲੀਕਿਊਲ ਦਾ ਕਿੰਨਾ weight ਹੋਊਗਾ, ਮਾਸ ਕਿੰਨਾ ਹੋਊਗਾ, ਉਹ ਸਮਾਲ n ਹੈ। ਤੇ ਆ ਜਿਹੜਾ ਹੈ ਨਾ URMS, ਇਹ ਇੱਕ ਸਪੀਡ ਹੁੰਦੀ ਹੈ ਗੈਸ ਦੀ, ਉਹਨੂੰ ਕੀ ਬੋਲਦੇ ਆ? ਰੂਟ ਮੀਨ ਸਕੁਆਇਰ ਵੈਲੋਸਿਟੀ। ਇਹ ਆਪਾਂ ਅੱਜ ਪੜਾਂਗੇ ਡਿਟੇਲ ਚ, ਰੂਟ ਮੀਨ ਸਕੁਆਇਰ ਸਪੀਡ। ਜਿਹੜੀ ਗੈਸ ਹੈ ਉਹਦੇ ਮੋਲੀਕਿਊਲ ਡਿਫਰੈਂਟ ਸਪੀਡ ਨਾਲ ਟਰੈਵਲ ਕਰਦੇ ਆ ਨਾ, ਤੇ ਉਹਨਾਂ ਵਿੱਚੋਂ ਇੱਕ ਸਪੀਡ ਹੁੰਦੀ ਹੈ RMS, ਉਹ ਸਪੀਡ ਦਾ ਸਕੁਆਇਰ ਕਰੀਦਾ। ਲੱਗੇ ਗੱਲ ਪਤਾ? ਇਹਨੂੰ ਕਹਿੰਦੇ ਆ, ਯਾਦ ਰੱਖਣੀ ਆ। ਦੇਖੋ P ਕੀ ਹੈ ਪ੍ਰੈਸ਼ਰ ਆਫ ਦ ਗੈਸ, ਵੋਲਿਊਮ ਆਫ ਦ ਗੈਸ, ਮਾਸ ਆਫ ਅ ਮੋਲੀਕਿਊਲ ਆਫ ਦ ਗੈਸ, ਐਂਡ total number of molecules of the gas present in that sample, RMS root mean square speed। ठीक है, ਹੁਣ ਅਗਲਾ ਜਿਹੜਾ ਟੌਪਿਕ ਹੈ, ਇਹ ਨੋਟ ਮੈਂ ਤੁਹਾਨੂੰ ਭੇਜੇ ਹੋਏ ਆ, 4 PDF। ਤੂੰ ਕੀ ਕਰਦਾ, ਕਾਪੀ 'ਚ ਲਿਖਦਾ ਹੈ ਕਿ ਪ੍ਰਿੰਟ ਕੇ ਲੈ ਕੇ ਕਢਾਉਣਾ? मैम प्रिंट ही कटा रहा मैं, उधर ही पढ़दा। ਐ ਹੀ ਰੱਖਿਆ ਬਸ। ना मैम उधर ही पढ़दा प्रिंट। ਉਹ ਕਢਾ ਲਈ, ਨਹੀਂ ਤਾਂ ਬਾਅਦ ਚੋਂ ਲੱਭਣੇ ਨਹੀਂ, ਏਦਾਂ ਤੂੰ ਸੋਚਿਆ ਵੀ PDF ਕੱਢ ਕੇ ਪੜੀ ਜਾਊਂਗਾ। ਤੇ ਕੱਲ ਆਉਂਗੇ ਨਾ, ਜਦੋਂ ਕੱਲ ਪਰਸੋਂ ਜਦੋਂ ਵੀ, ਕੱਲ ਮੈਂ ਚੱਲੂਗੀ ਉਰੇ ਤੋਂ, ਦੇਖਦੇ ਹਾਂ ਕੱਲ ਆਨਲਾਈਨ ਲਾਣੀ ਹੈ ਕਿ ਆਫਲਾਈਨ। ਤੇ ਇੱਕ ਮਿੰਟ ਬੇਟਾ, ਮੈਂ ਲਾਈਟ ਬੰਦ ਕਰਿਆ ਹੋਇਆ। ਮੈਨੂੰ ਉਹ ਚੈੱਕ ਕਰਾਈ, ਇਹ ਵਾਲੇ ਚੈਪਟਰ ਦੇ ਮੈਂ ਦੇਖਣੇ ਆ ਵੀ ਤੂੰ ਪ੍ਰਿੰਟ ਆਊਟ ਕਢਾਏ ਨੇ ਕਿ ਨਹੀਂ। ਠੀਕ ਹੈ, ओके मैम। ਅਗਲਾ ਟੌਪਿਕ ਹੈ ਸਾਡਾ ਡਿਫਰੈਂਟ। ਸਕੂਲ ਚ ਕੀ ਕਰਾ ਰਹੇ ਹੁਣ ਕੈਮਿਸਟਰੀ ਦਾ? मैम आज आए नहीं, मैम ही नहीं आए सी आज, पता नहीं ਮੈਨੂੰ की करा ਲੱਗਦਾ रहे हैं। ਜ਼ਿਆਦਾ ਟਾਈਮ ਤਾਂ ਵੇਸਟ ਹੀ ਕਰ ਦਿੰਦੇ ਆ ਨਾ। हाँ जी मैम, कदी कदी आते हैं। ਡਿਫਰੈਂਟ ਟਾਈਪ ਆਫ ਸਪੀਡਸ ਕਰਨੀ ਆ ਆਪਾਂ। ਜਿਹੜੀ ਗੈਸ ਹੁੰਦੀ ਹੈ, ਜਿਵੇਂ ਅਸੀਂ ਇਹ ਚੈਪਟਰ ਦੇ ਵਿੱਚ ਪੜ੍ਹ ਕੇ ਰਹੇ ਹਾਂ, ਗੈਸ ਦਾ ਬਿਹੇਵੀਅਰ ਹੀ ਪੜ੍ਹ ਰਹੇ ਹਾਂ। ਪਹਿਲੇ ਜਿਹੜੇ ਆਪਾਂ ਇੰਨੇ ਲਾਜ਼ ਪੜ੍ਹੇ, ਬੋਇਲਸ ਦਾ ਲਾਅ, ਚਾਰਲਸ ਲਾਅ, ਗੇ-ਲੂਜ਼ੇਕ ਲਾਅ, ਸਾਰੇ ਲਾਜ਼ ਕਿਹਦੇ ਨਾਲ ਲਿੰਕਡ ਸੀਗੇ ਸਾਹਿਬ? मैम गैस नाल। ਗੈਸ ਦੇ ਬਿਹੇਵੀਅਰ ਨੂੰ ਦੱਸਦੇ ਆ। ਕਾइनेटिक ਥਿਉਰੀ ਆਫ ਗੈਸਿਸ ਵੀ ਗੈਸ ਬਾਰੇ ਪੜ੍ਹ ਰਹੇ ਆ ਆਪਾਂ। ਤਾਂ ਗੈਸ ਦੇ ਮੋਲੀਕਿਊਲ ਸਾਨੂੰ ਪਤਾ ਡਿਫਰੈਂਟ ਸਪੀਡਸ ਨਾਲ ਇੱਧਰ ਉੱਧਰ ਭੱਜਦੇ ਆ। ਠੀਕ ਹੈ, ਤਾਂ ਉਹ ਸਪੀਡਸ ਬਾਰੇ ਦੇਖਣਾ ਅਸੀਂ। ਉਹ ਸਪੀਡਸ ਮੇਨ 3 ਟਾਈਪ ਦੀਆਂ ਸਪੀਡਸ ਕਲਾਸੀਫਾਈ ਕੀਤੀਆਂ ਗਈਆਂ। ਉਹਨਾਂ ਵਿੱਚੋਂ ਪਹਿਲੀ ਸਪੀਡ ਹੈ ਰੂਟ ਮੀਨ ਸਕੁਆਇਰ ਸਪੀਡ। ਕਿਹੜੀ ਸਪੀਡ ਹੈ? ਰੂਟ ਮੀਨ ਸਕੁਆਇਰ ਸਪੀਡ। ਇਹਨੂੰ RMS ਵੀ ਬੋਲਦੇ ਆ, RMS ਵੈਲੋਸਿਟੀ ਕਹਿ ਦਿੰਦੇ ਆ। ਠੀਕ ਹੈ, ਰੂਟ ਮੀਨ ਸਕੁਆਇਰ। R for root, M for mean, S for square, RMS velocity ਹੈ speed। ਇਹ ਕੀ ਹੁੰਦਾ? ਮੰਨ ਲੈ ਸਾਡੇ ਕੋਲ ਕੁਝ ਮੋਲੀਕਿਊਲਸ ਹੈ, ਆ ਗੈਸ ਦਾ ਸੈਂਪਲ ਸੀ, ਇਹਦੇ ਕੁਝ ਮੋਲੀਕਿਊਲਸ ਹੈ। ਸਮਝ ਗਏ ਨਹੀਂ ਗਾ?
ਇੱਕ ਮੋਲੀਕਿਊਲ ਮੰਨ ਲੈ u1 ਸਪੀਡ ਨਾਲ ਮੂਵ ਕਰ ਰਿਹਾ, ਦੂਸਰਾ u2 ਸਪੀਡ ਨਾਲ। ਤੁਹਾਨੂੰ ਯਾਦ ਹੋਊਗਾ ਮੈਂ ਦੱਸਿਆ ਸੀ ਕਿ ਮੋਲੀਕਿਊਲਸ ਡਿਫਰੈਂਟ ਸਪੀਡ ਨਾਲ ਕਰਦੇ ਆ। ਆਪਾਂ ਇਹ ਨਹੀਂ ਕਹਿ ਸਕਦੇ ਸਾਰੇ ਮੋਲੀਕਿਊਲਸ ਦੀ ਇੱਕੋ ਸਪੀਡ ਹੈ, ਉਹ ਬਦਲਦੀ ਵੀ ਰਹਿੰਦੀ ਹੈ ਤੇ ਵੱਖਰੀਆਂ ਸਪੀਡਸ ਹੁੰਦੀਆਂ। ਅਗਲਾ ਮੰਨ ਲਓ u3 ਨਾਲ ਜਾ ਰਿਹਾ, u4 ਨਾਲ ਜਾ ਰਿਹਾ, ਇਦਾਂ ਹੀ un ਸਪੀਡ ਨਾਲ ਉਹ ਜਿਹੜਾ ਹੈ ਸਾਰੇ ਜਾ ਰਹੇ ਹੈ। n ਮਤਲਬ n ਨੰਬਰ ਆਫ ਪਾਰਟੀਕਲਸ ਹੋ ਗਏ। ਤਾਂ ਸਾਰੀਆਂ ਜਿਹੜੀਆਂ ਸਪੀਡਸ ਹੈ, ਜੇ ਆਪਾਂ ਉਹਨਾਂ ਦਾ ਸਕੁਆਇਰ ਕਰ ਦਈਏ, ਇਹ ਪਿੱਛੋਂ ਪੜੋ, ਪਹਿਲਾਂ ਸਕੁਆਇਰ ਕਰਨਾ ਹੈ ਸਾਰੀਆਂ ਸਪੀਡਸ ਦਾ। ਵੱਖਰੀਆਂ ਜਿਹੜੀਆਂ ਸਪੀਡਸ ਹੈ ਉਹਨਾਂ ਦਾ ਜੇ ਆਪਾਂ ਸਕੁਆਇਰ ਕਰ ਦਈਏ, ਉਸ ਤੋਂ ਬਾਅਦ ਉਹਦਾ ਮੀਨ ਲੈ ਲਈਏ। ਮੀਨ ਮਤਲਬ ਐਵਰੇਜ ਲੈ ਲਈਏ। कैपिटल N की लिया मैं मान लिया भी ये ਜਿਹੜੇ नंबर ऑफ पार्टिकल्स मैं हैं, टोटल नंबर हाँ N हो गया टोटल नंबर ऑफ पार्टिकल्स इन द सैंपल। फिर आप ਉਹਦਾ रूट कर दिया, स्क्वायर करके मीन ले लिया, फिर आप ਉਹਦਾ अंडर रूट कर लिया। ये ਜਿਹੜੀ वैल्यू होगी ਉਹਨੂੰ ਅਸੀਂ RMS वेलोसिटी बोलते हैं। समझ गया? पिछों चलना है। वैसे तो ਇਹਦਾ ਫਾਰਮੂਲਾ ਹੀ ਇੰਪੋਰਟੈਂਟ ਹੈ, ਬਟ ਫਿਰ ਵੀ ਕੰਪੀਟੀਸ਼ਨ जेई ਵਾਸਤੇ ਮੈਂ ਸਮਝਾਤਾ, ਸਕੁਆਇਰ ਕਰਕੇ ਫਿਰ ਮੀਨ ਕਰਕੇ ਫਿਰ रूट। ਇਹਦਾ ਫਾਰਮੂਲਾ ਹੁੰਦਾ 3RT/m अंडर रूट। ਇਹ याद रखना है, बहुत इंपॉर्टेंट है। R गैस कांस्टेंट है, पढ़िया सी ना वैल्यूज 8.314 जूल पर केल्विन पर। बहुत सारिया वैल्यूज होंदियां, बट इन्हां कैलकुलेशनां च आपां ਇਹ वाली वैल्यू ਲੈਂਦੇ ਆ, क्योंकि SI यूनिट विच आंसर चाहिए होंगे, तो SI यूनिट विच ये वैल्यू होंदी है R की। T की हुंदा टेंपरेचर कैल्विन च, M की हुंदा मोलर मास ऑफ द गैस। ਜਿਹੜੀ ਵੀ ਗੈਸ ਲੈ ਰਹੇ ਆ ਉਹਦਾ ਮੋਲਰ ਮਾਸ। ਸਮਝ ਗਿਆ? ਜਿਵੇਂ ਮੰਨ ਲਓ ਆਕਸੀਜਨ ਹੈ ਤਾਂ ਉਹਦਾ ਜਿਵੇਂ 32 ਹੁੰਦਾ, ਬਟ ਇਹ ਗ੍ਰਾਮ ਚ ਹੁੰਦਾ, ਆਪਾਂ ਨੂੰ kg ਚ ਕਨਵਰਟ ਕਰਕੇ ਪੁੱਟ ਕਰਾਂਗੇ। ਇਹ ਹੋ ਗਈ ਪਹਿਲੀ ਸਪੀਡ। ਹੁਣ ਦੂਸਰੀ ਜਿਹੜੀ ਸਪੀਡ ਹੁੰਦੀ ਹੈ ਉਹ ਹੁੰਦੀ ਹੈ ਐਵਰੇਜ ਸਪੀਡ। अच्छा, एक चीज होर देखनी है, जदों भी आप गैस की काइनेटिक एनर्जी बारे गल करते हैं, पढ़ी सी ना गैस की काइनेटिक एनर्जी होंगी है, क्यों? क्योंकि गैस के मॉलिक्यूल्स मूव कर रहे हैं, तो उदों जिहड़ी स्पीड लैनी है वो RMS लैनी है। ठीक है, क्लियर? अगला है एवरेज स्पीड। वो इहदे च भी वही है, जिहड़ियां डिफरेंट स्पीड्स है। ठीक है, स्पीड मतलब आप सिर्फ मैग्नीट्यूड लेना, वैसे वेलोसिटी है वेक्टर क्वांटिटी है, बट आप सिर्फ उसका मॉड लईदा, मैग्नीट्यूड लेना। ਉਹਨਾਂ ਦਾ ਜੇ ਅਸੀਂ ਐਵਰੇਜ ਕਰ ਲਈਏ, ਮੀਨ ਲੈ ਲਈਏ, ਤਾਂ ਜਿਹੜੀ ਸਪੀਡ ਆਊਗੀ ਉਹਨੂੰ ਅਸੀਂ ਐਵਰੇਜ ਸਪੀਡ ਕਹਾਂਗੇ। ਠੀਕ ਹੈ, ਤੇ ਉਹਦੀ ਜਿਹੜੀ ਵੈਲਿਊ ਹੈ ਉਹ ਕਿਹਦੇ ਬਰਾਬਰ ਹੁੰਦੀ ਹੈ? ਐਵਰੇਜ ਸਪੀਡ ਦਾ ਫਾਰਮੂਲਾ ਹੁੰਦਾ 8RT/πm अंडर रूट। ਜਿਵੇਂ ਇਹ ਤੋਂ ਲਿਖਦੇ ਆ ਕਿ ਨਹੀਂ, ਨਾਲ ਮਾੜਾ ਮੋਟਾ ਕੇ ਬਸ ਦੇਖੀ ਜਾ ਰਹੇ ਹਾਂ? ना मैं लिख रहा हैगा। ਹਾਂ ਲਿਖਿਆ ਕਰ। ਤੁਸੀਂ ਸੋਚਦੇ ਹੋ ਵੀ ਮੈਂ ਨੋਟਸ ਤਾਂ ਭੇਜ ਹੀ ਦਿੰਦੇ ਆ, ਲੋੜ ਨਹੀਂ ਕੁਝ ਲਿਖਣ ਦੀ, ਬਟ ਲਿਖਣਾ ਹੈ। ਤੇ ਇਹਦਾ ਕੀ ਸੀ? 3RT/m अंडर रूट। ਇਹਦਾ ਕੀ ਹੈ? 8RT/πm अंडर रूट। ਤੇ ਤੀਸਰੀ ਜਿਹੜੀ ਸਪੀਡ ਹੈ ਉਹ ਸਪੀਡ ਹੁੰਦੀ ਹੈ ਮੋਸਟ ਪ੍ਰੋਬੇਬਲ ਸਪੀਡ। ਪ੍ਰੋਬੇਬਲ ਸਪੀਡ। ਅੱਛਾ, ਪ੍ਰੋਬੇਬਿਲਿਟੀ ਪੜ੍ਹੀ ਹੈ ਮੈਥ ਚ? यस मैम। ਕੀ ਮਤਲਬ ਹੁੰਦਾ ਪ੍ਰੋਬੇਬਿਲਿਟੀ ਦਾ? मैम प्रोबेबिलिटी मतलब ਕੀ ਕਹਿੰਦੇ ਕਿੰਨੇ ਚਾਂਸਸ ਹੈ। ਹਾਂ, ਜਿਵੇਂ ਵੈਸੇ ਹੀ ਆਪਾਂ ਕਹਿ ਦਿੰਦੇ ਆ ਵੀ ਅੱਜ ਮੀਂਹ ਪੈਣ ਦੀ ਪ੍ਰੋਬੇਬਿਲਿਟੀ ਹੈ ਨਾ। ਮੋਸਟ ਪ੍ਰੋਬੇਬਲ ਸਪੀਡ ਦਾ ਕੀ ਮਤਲਬ ਹੈ? ਹੁਣ ਜਿਵੇਂ ਮੰਨ ਲੈ ਕੋਈ ਗੈਸ ਹੈ ਨਾ, ਗੈਸ ਵਿੱਚ 100 ਮੋਲੀਕਿਊਲਸ ਹੈ, 100 ਵਿੱਚੋਂ ਅਸੀਂ ਕਹੀਏ ਜੀ 50 ਮੋਲੀਕਿਊਲਸ ਦੀ ਆਹ ਵਾਲੀ ਸਪੀਡ ਹੈ। ਮਤਲਬ ਜਾਂ ਜਿਵੇਂ ਕਲਾਸ ਹੈ, ਕਲਾਸ ਵਿੱਚ 10 ਬੱਚੇ ਹਨ, 10 ਵਿੱਚੋਂ 6 ਬੱਚਿਆਂ ਦੇ ਇੰਨੇ ਨੰਬਰ ਆਏ, ਤਾਂ ਉਹ ਨੰਬਰ ਸਭ ਤੋਂ ਜ਼ਿਆਦਾ ਬੱਚਿਆਂ ਦੇ ਆ। ਇਦਾਂ ਹੀ ਜਿਹੜੀ ਸਪੀਡ ਸਭ ਤੋਂ ਜ਼ਿਆਦਾ ਨੰਬਰ ਆਫ ਮੋਲੀਕਿਊਲਸ ਦੀ ਹੁੰਦੀ ਹੈ ਕਿਸੇ ਸੈਂਪਲ ਚ, ਉਹਨੂੰ ਮੋਸਟ ਪ੍ਰੋਬੇਬਲ ਸਪੀਡ ਕਹਿ ਦਿੰਦੇ ਆ। ਤੇ ਉਹਦਾ ਫਾਰਮੂਲਾ ਹੁੰਦਾ 2RT/m अंडर रूट। ਸਮਝ ਆ ਗਿਆ ਤੈਨੂੰ? यस मैम। ਕਿਹੜੀ ਕਿਹੜੀ ਤਰ੍ਹਾਂ ਦੀ ਸਪੀਡ ਆ ਬੋਲਣੀ, ਇੱਕ ਵਾਰ ਨਾਮ ਬੋਲ ਦੇ ਖਾਲੀ। मैम रूट मीन स्क्वायर स्पीड, एवरेज स्पीड, मोस्ट प्रोबेबल स्पीड। रूट मीन स्क्वायर ਦਾ ਕੀ ਫਾਰਮੂਲਾ? अंडर रूट 1/3RT/m। हाँ, अंडर रूट बस 3RT/m अंडर रूट कह ला। देख 1/3 नहीं, 3RT/m। ਤੇ ਮੋਸਟ ਪ੍ਰੋਬੇਬਲ ਦਾ 2RT/m, ਐਵਰੇਜ ਦਾ 8RT/m। ਆ ਦੇਖੋ, ਆ ਸਾਰਾ ਸਮਝਾਇਆ ਹੋਇਆ ਨੋਟਸ ਵਿੱਚ।
मैं तो वैसे ना लिखा हुआ है, पढ़ना पढ़ लियो पहले, स्क्वायर देन मीन देन रूट। ठीक है, ਇਹ ਕਾਈਨੈਟਿਕ એનર્ਜੀ ਦੱਸਿਆ ਸੀ ਨਾ, ਕਾਈਨੈਟਿਕ એનર્ਜੀ ਕੈਲਕੂਲੇਸ਼ਨ ਵਾਸਤੇ ਆਰਐਮਐਸ ਵਾਲੀ ਸਪੀਡ ਲੈਣੀ ਹੈ। ਆ ਹੋ ਗਿਆ ਸਾਰੀਆਂ ਚੀਜ਼ਾਂ। ਐਵਰੇਜ ਆ ਗਈ, ਇਸ ਤੋਂ ਬਾਅਦ ਮੋਸਟ ਪ੍ਰੋਬੇਬਲ ਆ ਗਈ, ਦ ਸਪੀਡ ਬਾਈ ਵਿਚ ਮੈਕਸਿਮਮ ਨੰਬਰ ਆਫ ਮੋਲੀਕਿਊਲਸ ਆਰ ਟਰੈਵਲਿੰਗ, ਉਹਨੂੰ ਕੀ ਕਹਿੰਦੇ ਆ, ਮੋਸਟ ਪ੍ਰੋਬੇਬਲ। ਠੀਕ ਹੈ ਜੀ, ਇਹ ਤਿੰਨਾਂ ਦੇ ਫਾਰਮੂਲੇ ਬਾਤ ਕਰਨੀ। ਇੱਕ ਤਾਂ ਇਹ ਕੁਐਸਚਨ ਮਤਲਬ ਆ ਸਕਦੇ ਆ ਪੇਪਰ ਵਿੱਚ। ਇਹ ਫਿਰ ਕਹਿ ਰਹੀ ਹਾਂ, ਇਹ ਮੈਨੂੰ ਲੱਗਦਾ ਐਨਸੀਈਆਰਟੀ ਵਿੱਚ ਤਾਂ ਸ਼ਾਇਦ ਚੈੱਕ ਕਰ ਲਿਓ, ਮੈਨੂੰ ਹੁਣ ਧਿਆਨ ਨਹੀਂ, ਮੇਰੇ ਕੋਲ ਬੁੱਕ ਵੀ ਨਹੀਂ ਹੈਗੀ, ਇੱਥੇ ਪਟਿਆਲੇ ਪਈ ਹੈ, ਮਾੜਾ ਮੋਟਾ ਹੋਣਾ, ਜ਼ਿਆਦਾ ਨਹੀਂ ਹੁੰਦਾ ਡਿਟੇਲ ਚ, ਫਾਰਮੂਲੇ ਵਗੈਰਾ ਇੰਨਾ ਨਹੀਂ ਹੈ, ਬਟ ਕੁਐਸਚਨ ਇਹਦੇ ਚ ਜੇਈ ਚ ਬਹੁਤ ਆਉਂਦੇ ਨੇ। ਤੇ ਇੱਕ ਇਹਨਾਂ ਦੀ ਰੇਸ਼ੋ ਪੁੱਛਣਗੇ, ਉਹ ਰੇਸ਼ੋ ਵੀ ਕੁਐਸਚਨ ਬਹੁਤ ਆਉਂਦੇ। ਹੁਣ ਜੇ ਆਪਾਂ ਦੇਖੀਏ, ਮੈਂ ਤਿੰਨਾਂ ਦੇ ਫਾਰਮੂਲੇ ਲਿਖਾਂ, 2RT/m ਅੰਡਰ ਰੂਟ, ਇਹ ਕਿਹਦਾ ਫਾਰਮੂਲਾ ਸੀ, ਮੋਸਟ ਪ੍ਰੋਬੇਬਲ ਦਾ। ठीक है, हाँ जी मैम। उस तो बाद एवरेज 8RT/πm पाई सब तो वड्डी हुंदी है आरएमएस। ये तो हिसाब लग जाएगा, करके देख लियो, चाहे 3 ਤੇ 2 ਤਾਂ ਲੱਗ ਹੀ ਰਿਹਾ, ਤੇ ਇਹਦੇ ਚ ਕੀ ਹੈ 8/π ਦਾ ਅੰਡਰ ਰੂਟ, ਜੇ ਕੱਟ ਕੇ ਦੇਖੋ 1.77 ਕੁਛ ਆਉਂਦਾ, ਦੇਖ ਲਿਓ। ਤੇ ਹੁਣ ਜੇ ਤੁਸੀਂ ਇਹਨਾਂ ਦੀ ਉਹ ਰੇਸ਼ੋ ਲਓ, ਰੇਸ਼ੋ ਚ ਮਤਲਬ ਆਪਾਂ ਸਭ ਤੋਂ ਛੋਟੇ ਨਾਲ ਡਿਵਾਈਡ ਕਰੀਦਾ, ਇਹਨਾਂ ਤਿੰਨਾਂ ਚ ਸਭ ਤੋਂ ਛੋਟਾ ਇਹ ਵਾਲਾ, ਤਿੰਨਾਂ ਨੂੰ ਇਹਦੇ ਨਾਲ ਜੇ ਡਿਵਾਈਡ ਕਰੋ, ਇਹ 1 ਆਉਂਦਾ, ਇਹ ਆਉਂਦਾ 1.128, ਇਹ ਆਉਂਦਾ 1.225। ठीक है, अब देखो ये भी लिखे हैं। दिख रहा पेज, टेढ़ा दिख रहा होना। हाँ जी मैम, टेढ़ा ही दिख रहा है। ठीक है, ये वो नहीं लिखा ना RT/m, वो कट रखा है क्योंकि कॉमन है, तीनों च कटिया जाऊगा। 1 है 1.128, 1.224, समझ गए। हाँ जी 224 लिख लो, 225 जो भी है। तो ये वैल्यूज पूछेंगे बहुत घुमा घुमा के। ठीक है, ये काफी क्वेश्चंस आए, मैंने ध्यान ना करना। एक कॉपी थे ना जरा, मैंने कॉपी चेक कराई वीडियो ऑन करके, बिना देखे ट्राई कर, तीनों तिन्ना दे नाम ते तिन्ना दे फार्मूले ते रेशो लिखने, देख के नहीं कोई फायदा, तेन तू अपने लिए करना है भी तेन याद हो जाए, तो मैंने दिखाई जा, या खुद मैच कर ली या शो करेंगे बच्चों। फिजिक्स से नवा कर रहे हो क्या रिवीजन कर रहे हो? मैं नवा ही कर रहा है। लिख लिया?
कर लिया? मैम कर रहे हैं, थोड़ा ही रह गया। चल कर, मैं 1 मिनट आई। हाँ जी, डन। यस मैम। चलो फिर दसो, आरएमएस वेलोसिटी का की फार्मूला? मैम √3 RT/m। ते एवरेज स्पीड का? √8 RT/πm। मोस्ट प्रोबेबल का? √2 RT/m। ठीक है, ते रेशियो च की सब तो छोटी केड़ी है? मैम सब तो छोटी मोस्ट प्रोबेबल। उस तो वड्डी? एवरेज स्पीड। सब तो वड्डी? रूट मीन स्क्वायर स्पीड। ठीक है। ਤੇ ਪਿਛਲੀ ਵਾਰ ਤੁਹਾਨੂੰ ਮੈਂ ਇੱਕੋ ਕਰਾਏ ਸੀਗੇ, ਕੀ ਕਰਾਏ ਸੀ, ਪੋਸਟੂਲੇਟਸ, ਯਾਦ ਨਹੀਂ ਹੈ? यस मैम। ਸੁਣਾਈ ਫਿਰ, ਪਹਿਲੇ 2 ਪੋਸਟੂਲੇਟ ਸੁਣਾ ਚ। मैम पहले वाला तो ये कि गैसेस ਦੀ ਨੈਗਲੀਜੀਬਲ ਹੁੰਦੀ ਹੈ ਵੋਲਿਊਮ, ਪਰ ਇਹ ਸਾਰੇ ਮਤਲਬ ਇਹ ਕੰਟੇਨਰ ਐਕਚੁਅਲ ਦੀ ਵੋਲਿਊਮ ਐਦਾਂ ਨਹੀਂ ਬੋਲਣਾ, ਪਹਿਲਾਂ ਤੁਸੀਂ ਕਹਿਣਾ ਐਕਚੁਅਲ ਵੋਲਿਊਮ ਆਫ ਦਾ ਗੈਸ ਇਜ਼ ਨੈਗਲੀਜੀਬਲ ਐਸ ਕੰਪੇਅਰ ਟੂ ਦਾ ਟੋਟਲ ਵੋਲਿਊਮ ਆਫ ਦਾ ਗੈਸ। ਕਿਉਂ? ਕਿਉਂਕਿ ਉਹ ਫੈਲ ਜਾਂਦੀ ਹੈ ਐਕਚੁਅਲ ਚ, ਜੇ ਆਪਾਂ ਉਹਦੇ ਐਟਮਸ ਨੂੰ ਇਕੱਠੇ ਕਰ ਦਈਏ ਤਾਂ ਬਹੁਤ ਘੱਟ ਜਗ੍ਹਾ ਘੇਰਨਗੇ। ਦੂਸਰਾ ਕੀ ਸੀ? मैम दूसरा दूसरा एक्चुअल वॉल्यूम हो गया। मैम एक मिनट ਦਾ ਉਹ ਵੀ ਦੱਸਣਾ ਹੈ ਮੈਮ, ਇੱਕ ਉਹ ਦੱਸਦਾ ਕੰਪਰੈਸਿਬਿਲਿਟੀ ਦੱਸਦੀ ਹੈ। ਤੂੰ ਹਲੇ ਪਹਿਲਾ ਇਕੱਲੇ postulate ਪੁਆਇੰਟ ਦੱਸ, ਸਪੋਰਟ ਰਹਿਣ ਦੇ। ਮੈਮ ਦੂਜੇ ਵਾਲਾ ਕੀ ਸੀਗਾ? ਭੁੱਲ ਗਏ? ਮੈਮ ਐਵੇਂ ਲਾਈਨਸ ਨਹੀਂ ਯਾਦ, ਅੱਗੇ ਪਿੱਛੇ ਯਾਦ ਹੈ। ਲਾਈਨ ਚ ਹੀ ਕਰੋ ਬੇਟਾ, ਯਾਦ ਉਹਦਾ ਹੀ ਫਾਇਦਾ ਹੈ। ਆ ਦੇਖ, ਦੂਜਾ ਸੀ ਨੋ ਫੋਰਸ ਆਫ ਅਟਰੈਕਸ਼ਨ ਐਗਜ਼ਿਸਟ ਬਿਟਵੀਨ ਗੈਸ ਮੋਲੀਕੂਲਸ। ਇਹ ਮੰਨ ਕੇ ਚੱਲਦੀ ਹੈ ਥਿਉਰੀ ਵੀ ਗੈਸਿਸ 'ਚ ਕੋਈ ਫੋਰਸ ਨਹੀਂ ਹੈਗਾ। ਕਿਉਂ ਮੰਨ ਕੇ ਚੱਲਦੀ ਹੈ? ਜਿੰਨੀ ਜਗ੍ਹਾ 'ਚ ਆਪਾਂ ਨੂੰ ਛੱਡਦੇ ਆ ਉਨੀ ਜਗ੍ਹਾ ਘੇਰ ਲੈਂਦੀ। ਇਹੀ ਇਹਦੀ ਸਪੋਰਟ ਹੈ। ਠੀਕ ਹੈ, ਤੇ ਪਹਿਲੇ ਦੀ ਸਪੋਰਟ ਕੀ ਸੀਗੀ? ਉਹੀ ਵੀ ਗ੍ਰੇਟ ਕੰਪਰੈਸਿਬਿਲਿਟੀ ਹੈ। 2 ਪੁਆਇੰਟ ਹੋ ਗਏ। ਅਗਲਾ ਪੁਆਇੰਟ ਇਹਨੂੰ ਨਾ ਯਾਦ ਕਰੀ। ਹਾਂਜੀ ਹਾਂ, ਮੈਮ। 2-2 ਰੈਂਡਮ ਕਰਕੇ ਮੋਸ਼ਨ। ਕਰਾਂਗੇ ਆਪਾਂ। ਹੁਣ ਕੀ ਦਿਖ ਰਿਹਾ ਤੁਹਾਨੂੰ? ਆਰਐਮਐਸ ਵਾਲਾ ਪੀਡੀਐਫ? ਯੈਸ ਮੈਮ। ਹੁਣ ਦੇਖੋ, ਇੱਥੇ ਤੱਕ ਆਪਾਂ ਕਰ ਲਿਆ, ਤੇ ਕੰਪੀਟੀਸ਼ਨ 'ਚ ਇੱਕ ਹੋਰ ਫਾਰਮੂਲਾ ਵੀ ਆ ਜਾਂਦਾ, ਲਿਖਿਆ ਹੋਇਆ ਨਾ, ਪ੍ਰੂਵ ਕਰੋ। ਇਹ ਦੇਖੋ, ਇਹ ਕਿਵੇਂ ਪ੍ਰੂਵ ਕਰੀਦਾ। ਫਾਰਮੂਲਾ ਰੱਟਾ ਲਾਉਣ ਦੀ ਅਸਲ 'ਚ ਲੋੜ ਨਹੀਂ ਹੈਗੀ, ਇਹ 1 ਮਿੰਟ ਦਾ ਪੁਆਇੰਟ ਹੈ, ਇਹ ਆਪਾਂ ਸਮਝ ਸਕਦੇ ਹਾਂ। ਜਿਵੇਂ ਆਰਐਮਐਸ ਹੁੰਦਾ 3RT/m ਅੰਡਰ ਰੂਟ। ਇੱਥੇ m ਕੀ ਚੀਜ਼ ਹੈ ਸਰ? ਮੈਮ ਮੋਲਰ ਮਾਸ ਆਫ ਗੈਸ। ਹਾਂ, ਜਿਹੜੀ ਵੀ ਗੈਸ ਹੋਊਗੀ ਉਹਦਾ ਮੋਲੀਕੂਲਰ ਮਾਸ ਹੈ। ਹੁਣ ਤੁਹਾਨੂੰ ਪਤਾ ਹੈ PV = nRT ਹੁੰਦਾ, ਪਤਾ ਨਾ? ਇਹ ਕਿਹੜੀ, ਇਹ ਇਕੁਏਸ਼ਨ ਦਾ ਕੀ ਨਾਮ ਹੈ? ਮੈਮ ਆਈਡੀਅਲ ਗੈਸ ਇਕੁਏਸ਼ਨ। ਆਈਡੀਅਲ ਗੈਸ ਇਕੁਏਸ਼ਨ। ਜੇ ਆਪਾਂ ਕਹਿ ਦਈਏ, ਮੰਨ ਲਓ ਜੀ 1 ਮੋਲ ਹੈ, ਜਸਟ 1 ਮੋਲ ਵਾਸਤੇ ਗੱਲ ਹੋ ਰਹੀ ਹੈ, ਤਾਂ ਅਸੀਂ ਕਹਿ ਸਕਦੇ ਹਾਂ PV = RT ਹੈ। ਯੈਸ ਮੈਮ। ਠੀਕ ਹੈ, ਤਾਂ ਉਹ ਇੱਥੇ ਭਰਦੇ ਹਾਂ, RT ਦੀ ਜਗ੍ਹਾ PV ਪੁੱਟ ਕਰੀਏ ਤਾਂ ਇਹ ਚੀਜ਼ ਬਣੇਗੀ। ਯੈਸ ਮੈਮ। ਇਹਨੂੰ ਐ ਲਿਖ ਸਕਦੇ ਹਾਂ, ਇਹ V ਉੱਤੇ ਚੱਲ ਕੇ ਆਈ ਬਣ ਜਾਏਗਾ। ਯੈਸ ਮੈਮ। ਤੇ ਮਾਸ ਬਟਾ ਵੋਲਿਊਮ ਕੀ ਡੈਂਸਿਟੀ ਹੁੰਦਾ? ਡੈਂਸਿਟੀ। ਤਾਂ ਕੀ ਇਹਨੂੰ ਏਦਾਂ ਨਹੀਂ ਲਿਖ ਸਕਦੇ 3p/d ਅੰਡਰ ਰੂਟ? ਮੈਂ ਲਿਖ ਸਕਦੇ ਹਾਂ। ਤਾਂ ਜਿਹੜੀ ਰੂਟ ਮੀਨ ਸਕੁਆਇਰ ਸਪੀਡ ਹੈ ਉਹ ਕੀ ਹੋਗੀ? 3p/d ਅੰਡਰ ਰੂਟ।
ठीक है, ये भी यूज किया जा सकता है। एक कॉपी च कर अपने आप जरा खुद देख देख के नहीं सारा करी जाना। देख देख के ना करी बेटा, मैं शो तो कर दी बट ओदा कोई फायदा नहीं है जो देख के करो। हो गया मैम। ठीक है, दिखावा मैम? बस ठीक है, कल चेक करूंगी सारा कुछ। ठीक है, ना 3 फॉर्मूले हैं। एक फॉर्मूला है एवरेज काइनेटिक एनर्जी ऑफ अ गैस मॉलिक्यूल। ठीक है, एवरेज काइनेटिक एनर्जी काफी इंपॉर्टेंट कंसेप्ट है। ਤੇ ਕਿਹਦੀ ਐਵਰੇਜ ਕਾਈਨੈਟਿਕ એનર્ਜੀ ਇੱਕ ਗੈਸ ਮੋਲੀਕਿਊਲ ਦੀ। ਇਹਦਾ ਮਤਲਬ ਕੀ ਹੈ, ਇੱਕ ਗੈਸ ਮੋਲੀਕਿਊਲ ਤੇ ਕਾਈਨੈਟਿਕ એનર્ਜੀ ਦਾ ਫਾਰਮੂਲਾ ਕੀ ਹੁੰਦਾ ਜਨਰਲ, ਹਾਫ mv ਸਕੁਆਇਰ ਹੁੰਦਾ। ਬੋਲੋ, ਠੀਕ ਹੈ। ਹੁਣ ਆਪਾਂ ਨੂੰ ਪਤਾ ਹੈ, ਆਪਾਂ ਇਹ ਲਾਈਨ ਪੜ੍ਹ ਕੇ ਆਇਆ ਕਿ ਜੇ ਕਾਈਨੈਟਿਕ એનર્ਜੀ ਦੀ ਗੱਲ ਕਰਨੀ ਹੈ ਤਾਂ ਜਿਹੜੀ ਸਪੀਡ ਹੈ ਉਹ ਆਰਐਮਐਸ ਵਾਲੀ ਲੈਣੀ ਹੈ। ਪੜਿਆ ਨਾ, ਪੜਾਇਆ ਸੀ ਮੈਂ ਹੁਣ। ठीक है, यस RMS ਦਾ ਫਾਰਮੂਲਾ ਵੀ ਸਾਨੂੰ ਪਤਾ ਹੈ 3RT/m ਅੰਡਰ ਰੂਟ। ਹੁਣ ਇਹਦਾ ਸਕੁਆਇਰ ਹੈ ਪੂਰੇ ਦਾ, ਜੇ ਮੈਂ ਸਕੁਆਇਰ ਕਰਦਾ ਮੇਰੇ ਕੋਲ ਕੀ ਇਹ ਬਣ ਜਾਊਗਾ। यस मैम ਬਣ ਜਾਏਗਾ। ठीक है, ਹੁਣ ਅੱਛਾ तो मोलर मास पता ਕੀ ਹੁੰਦਾ? यस मैम ਅੱਛਾ ਇੱਕ ਚੀਜ਼ ਦੱਸ, ਸ਼ਾਇਦ ਤੁਸੀਂ ਪੜਿਆ ਹੋਵੇ, ਇਹ ਜਿਹੜਾ m ਹੈ हाफ mv स्क्वायर, m ਆਪਾਂ क्या एक गैस मॉलिक्यूल की काइनेटिक एनर्जी का मास ऑफ वन गैस मॉलिक्यूल हो गया। यस मैम ठीक है, तो ਜਿਹੜਾ ਮੋਲਰ ਮਾਸ ਹੁੰਦਾ ਹੈ, ਕੀ ਤੁਸੀਂ ਇਹ ਚੀਜ਼ ਪੜ੍ਹੀ ਹੋਈ ਹੈ ਵੀ ਉਹ ਐਵੋਗੈਡਰੋ ਨੰਬਰ ਆਫ ਮੋਲੀਕਿਊਲਸ ਦੇ ਮਾਸ ਨੂੰ ਮਿਲਾ ਕੇ ਮੋਲਰ ਮਾਸ ਕਹਿੰਦੇ ਨੇ? हाँ जी मैम ਇਹਦਾ ਮਤਲਬ ਮੋਲਰ ਮਾਸ ਦੀ ਜਗ੍ਹਾ ਤੇ ਮੈਂ ਇਹ ਚੀਜ਼ ਲਿਖ ਸਕਦੀ ਹਾਂ ਕਿ ਨਹੀਂ ਲਿਖ ਸਕਦੀ? लिख सकते हो ਇੱਥੇ Na ਕੀ ਚੀਜ਼ ਹੈ? मैम एवोगैड्रो नंबर। हाँ, मतलब 6.022 into 10 raised to power 23 ਜਿਹੜੇ ਮੋਲੀਕਿਊਲਸ ਹੈ, ਜੇ ਆਪਾਂ ਉਹਨਾਂ ਨੂੰ ਇਕੱਠਾ ਕਰ ਦਈਏ ਉਹਨਾਂ ਦਾ ਜਿਹੜਾ ਮਾਸ ਹੋਊਗਾ ਕੈਪੀਟਲ M ਹੈ, ਤਾਂ ਇਹ ਸਮਾਲ m ਕੱਟ ਗਏ। यस मैम ਤਾਂ ਮੇਰੇ ਕੋਲ ਕੀ ਫਾਰਮੂਲਾ ਆ ਗਿਆ 3/2 RT/Na। ਹੁਣ ਇਹ ਜਿਹੜੀ ਚੀਜ਼ ਹੈ n R/Na, R ਕਾਂਸਟੈਂਟ ਹੈ ਕਿ ਨਹੀਂ, ਗੈਸ ਕਾਂਸਟੈਂਟ ਹੈ, Na ਵੀ ਐਵੋਗੈਡਰੋ ਨੰਬਰ ਹੈ। ਇਹਨਾਂ ਦੋਨਾਂ ਨੂੰ ਜੇ ਡਿਵਾਈਡ ਕਰੀਏ ਤਾਂ ਇੱਕ ਨਵਾਂ ਕਾਂਸਟੈਂਟ ਬਣਦਾ ਹੈ Kb। ਉਹਨੂੰ ਅਸੀਂ ਕਹਿੰਦੇ ਆ ਬੋਲਟਜ਼ਮੈਨ ਕਾਂਸਟੈਂਟ। ਕੀ ਕਹਿੰਦੇ ਆ? ਬੋਲਟਜ਼ਮੈਨ ਕਾਂਸਟੈਂਟ। ਤੇ ਜੇ ਆਪਾਂ ਦੀ ਵੈਲਿਊ ਕੱਢੀਏ, R ਦੀ ਵੈਲਿਊ ਹੁੰਦੀ ਹੈ 8.314 ਜੂਲ ਪਰ ਕੈਲਵਿਨ ਪਰ ਮੋਲ। ਪਤਾ R ਤਾਂ ਐਵੋਗੈਡਰੋ ਨੰਬਰ ਕੀ ਹੁੰਦਾ 6.022 into 10 raised to power 23 ਮੋਲ ਇਨਵਰਸ ਹੁੰਦਾ ਹੈ ਵੀ। ਇਹ ਮੋਲ ਕੱਟ ਗਿਆ ਪਰ ਮੋਲ ਤੇ ਇਹਨੂੰ ਜੇ सॉल्व करोगे आएगा 1.38 into 10 raised to power -23 जूल पर केल्विन। ये वैल्यू हैगी है Kb दी। Kb मतलब बोल्ट्जमैन कांस्टेंट। तो R/Na ਨੂੰ ਮੈਂ ਲਿਖਾਂ 3/2 kBt। Kb मतलब T ਤਾਂ ਆਏਗਾ। ਤਾਂ ਇਹ ਫਾਰਮੂਲਾ ਤੁਹਾਡੇ ਕੋਲ ਬਣ ਗਿਆ। ਇਹਦੇ ਤੇ ਵੀ ਬਹੁਤ ਕੁਐਸਚਨ ਆਣਗੇ। एवरेज काइनेटिक एनर्जी ऑफ वन मॉलिक्यूल ऑफ अ गैस ਹੁੰਦਾ 3/2 kBt। ਤੇ Kb ਕਾਫੀ ਇੰਪੋਰਟੈਂਟ ਹੈ, ਪਤਾ ਹੋਣਾ ਚਾਹੀਦਾ। R/Na R ਕੀ ਹੈ? ਗੈਸ ਕਾਂਸਟੈਂਟ। Na ਐਵੋਗੈਡਰੋਸ ਨੰਬਰ ਤੇ ਇਹਦੀ ਵੈਲਿਊ ਵੀ ਆਣੀ ਚਾਹੀਦੀ ਹੈ ਵਿਦ ਯੂਨਿਟਸ। ਕੋਈ ਡਾਊਟ ਇਹਦੇ ਚ? ਨਾ ਮੈਮ।
ਤੇ मैं एक बार ਹੁਣ अपने आप करके देखना है। ਆਪਣੇ ਆਪ ਤਾਂ ਕਰਨਾ ਹੈ, ਪਰ ਪਹਿਲਾਂ ਦੇਖ ਲਓ ਆਹ ਸਾਰਾ ਭੇਜਿਆ ਹੋਇਆ ਤੁਹਾਨੂੰ, ਉਹਦੇ ਚ ਲਿਖਿਆ ਹੋਇਆ ਹੈ। ਚਲੋ ਕਰੋ ਹੁਣ ਆਪਣੇ ਆਪ। ओके। मैं आ रही हूँ, ठीक है, तो मुझे करो अपने आप करें, बिल्कुल देखना नहीं, फिर फायदा नहीं होना। अच्छा। हाँ जी, होया तो कर रहे हैं वाले, हम कर रहे हैं। करो करो कोई नहीं। समझा रहे हो चैप्टर चंगी तरह? हाँ जी मैम। बुक विच तुहाडे काइनेटिक गैस थ्योरी तो हैगी है, अगे कुछ नहीं दिता स्पीड स्पूड का, अगे सीधा आइडियल नॉन आइडियल पे चले गए हैं। हो गया मैम। ਹੁਣ ਕੀ दिख रहा ਤੁਹਾਨੂੰ? मैम वही दिख रहा है इधर पेज पहले वाला। हम्म, ਅੱਗੇ ਦੇਖੋ। ਹੁਣ ਅਸੀਂ ਐਵਰੇਜ ਕਾइनेटिक એનર્ਜੀ ਇੱਕ ਮੋਲੀਕਿਊਲ ਦੀ ਕੱਢੀ ਹੈ ਕਿ ਇੱਕ ਮੋਲ ਦੀ ਕੱਢੀ ਹੈ? ਦੱਸੋ। मैम ये मॉलिक्यूल दी गड्डी है। ਇੱਕ ਮੋਲੀਕਿਊਲ ਦੀ ਕੱਢੀ ਹੈ। ਜੇ ਹੁਣ ਮੈਂ ਕਹਾਂ ਵੀ ਅਸੀਂ ਐਵਰੇਜ ਕਾइनेटिक એનર્ਜੀ ਆਫ 1 ਮੋਲ ਆਫ ਗੈਸ ਕੱਢਣਾ, ਫਿਰ ਦੇਖਦੇ ਹਾਂ ਆਪਾਂ ਇੱਕ ਮੋਲੀਕਿਊਲ ਦੀ। ਹੁਣ ਪਹਿਲਾਂ ਆਪਾਂ ਦੁਬਾਰਾ ਫਾਰਮੂਲਾ ਲਿਖਦੇ ਹਾਂ, एवरेज काइनेटिक एनर्जी ऑफ वन मॉलिक्यूल की फॉर्मूला 1 मॉलिक्यूल ऑफ गैस दी एवरेज काइनेटिक एनर्जी दा 3/2 kBT। हाँ, एवरेज काइनेटिक एनर्जी ऑफ 1 मोल दा की फॉर्मूला होगा, एक मोल विच कितने मॉलिक्यूल्स होंगे? मैम 2।
एक मोल च 2 मॉलिक्यूल्स ने चपेड़ खानी है। मैम 6.022 तू ना खाना Avogadro। बंद कर, बाद चो खाई, पहला पढ़ाई करो, नाल खाना पीना चल रहा है ना। की हूँ मैं पढ़ाना नहीं हैगा, करता बंद। मैं लंच हाँ जी मैम। नहीं किया हैगा, आप तो नाल खान पीन की लग रही है। एक मोल विच इन्ने मॉलिक्यूल्स हैं तो मैं इनटू एन लिख ला। यस मैम। केबी का की फार्मूला सी पढ़िया सी आपां, आर अपॉन एन ए। एन। तो केबी च दोबारा आर अपॉन एन ए पुट करो, एन ए कट गया, की बचा 3/2 आर टी। यस मैम। एक मोल दी होगी 3/2 आर टी, एक मॉलिक्यूल दी की सी 3/2 केबीटी। इनू भी ड्राइव कर ले फटाफट। हाँ जी मैम। थोड़ा सा रह गया बस चैप्टर में, तो देख ले। सेकंड टर्म कदों करनी है ना, ने कुछ पता लग गया पेपर? ना मैम मुझे तो मेरे साथ मार्च विच ही करनगे। मार्च तो भी लेट ही हो मैंने तो लगता, क्योंकि सेकंड टर्म का सिलेबस ज्यादा रखा हुआ है इन्होंने। प्लस टू च भी यही किया, फर्स्ट टर्म घट है, सेकंड टर्म ज्यादा है। फर्स्ट टर्म इन्नी लंबी करती, हिसाब जा ही नहीं कुछ किया इस बार ना। ਤੁਹਾਡਾ ਉਹਦਾ ਵੀ ਫਿਰ ਪੇਪਰ ਹੋਣ ਦੋ। ਆਰਗੈਨਿਕ ਜਿਹੜਾ ਆਪਾਂ ਚੈਪਟਰ ਖਤਮ ਕੀਤਾ ਉਹ ਵਾਲਾ ਇਫੈਕਟਸ, ਇੰਡਕਟਿਵ ਇਫੈਕਟ, ਉਹ हाँ ਮੜਾ ਜਿਹਾ ਰਹਿੰਦਾ ਨਾ ਹਲੇ ਆਪਣਾ ਰੈਜ਼ੋਨੈਂਸ ਤੇ ਹਾਈਪਰ ਕੰਜੂਗੇਸ਼ਨ, हाँ जी थोड़ा ही रहता है। ਉਹ ਕਰਕੇ ਉਹਦਾ ਵੀ ਟੈਸਟ ਲਵਾਂਗੀ ਫਿਰ, ਤੇ ਇਸ ਚੈਪਟਰ ਦਾ ਵੀ, ਤੇ ਹਾਈਡਰੋਕਾਰਬਨ ਫਿਰ ਸ਼ੁਰੂ ਕਰਾਂਗੇ। ਹੋ ਗਿਆ ਜੀ। ठीक है मैम। हाँ जी मैम। ਅੱਛਾ, ਇੱਕ ਐਵਰੇਜ ਕਾਈਨੈਟਿਕ એનર્ਜੀ ਆ ਜਿਹੜੀ ਬੇਟਾ ਇੱਕ ਮੋਲੀਕਿਊਲ ਦੀ ਜਦੋਂ ਆਪਾਂ ਕੱਢੀ ਸੀ, ਉਹ ਸਿਰਫ ਜੇ ਆਪਾਂ ਦੇਖੀਏ ਤਾਂ ਟੈਂਪਰੇਚਰ ਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਹੋਊਗੀ ਜਾਂ ਤੇ ਇਹ ਟੈਂਪਰੇਚਰ ਤੇ ਡਿਪੈਂਡ ਕਰੂਗੀ? यस मैम। क्यों? क्योंकि बाकी चीजें तो कांस्टेंट ही है, 3/2 के भी ये कॉन्स्टेंट। सारा कांस्टेंट है, तो कितने डिपेंड करूगी टेंपरेचर ते एवरेज। क्योंकि के बी भी जे देखिए ਆਪਾਂ के बी की ਹੁੰਦਾ है r upon n, ਇਹ ਦੋਨੋਂ ਚੀਜ਼ਾਂ ਕੀ ਹੈਗੀਆਂ ਨੇ, कांस्टेंट ने। यस मैम। ठीक है, ਤਾਂ के भी है वो भी कांस्टेंट ही है एक तरीके ਦਾ, ਤਾਂ ਸਿਰਫ ਟੈਂਪਰੇਚਰ ਤੇ ਡਿਪੈਂਡ ਕਰ ਰਹੀ ਹੈ ਚੀਜ਼। ਤੇ ਜਿਹੜਾ ਕੇ ਬੀ ਹੈ ਕਹਿੰਦੇ ਉਹ ਥੋੜਾ ਬਲਰ ਹੈ, ਇਹਨੂੰ ਦੇਖ ਲਓ, ਇੰਡੀਪੈਂਡੈਂਟ ਆਫ ਨੇਚਰ ਆਫ ਗੈਸ ਹੈ, नेचर की गैस से भी नहीं डिपेंड कर रहा है। क्यों? क्योंकि ਇਹਦੀ वैल्यू ਹੁੰਦੀ है r/n। r भी हमेशा कांस्टेंट ही रहूगा, वो गैस वेरी होना वेरी तो नहीं होता भी, ऑक्सीजन है नाइट्रोजन है, तो एवोगैड्रो नंबर ना है मैम। कांस्टेंट ही रहूगा, इस करके नेचर ऑफ गैस पे भी डिपेंड नहीं करता है। ठीक है, अच्छा ਇਹ ਬਲਰ ਹੈ, ਇਹਨੂੰ ਲਿਖ ਲਿਓ 3/2 RT है, ਤੇ Na into Kb ਇਹ ਡਰਾਈਵ ਕਰ ਲਿਆ ਤੂੰ? हाँ जी मैम। ਤੇ 1 ਮੋਲ ਦੀ 3/2 RT होगी, ਜੇ मैं ਕਹਾਂ ਕਿ 10 मोल्स है ਤਾਂ ਕੀ ਕਰੇਗਾ? मैं 10 ने मल्टीप्लाई कर दांगा। हाँ, तो बस वही कितना होया, उन्हें क्या भी n मोल्स, अगला देखो लिखा है, दिख रहा है तुम्हें? यस मैम। हाँ, काइनेटिक एनर्जी ऑफ n मोल मॉलिक्यूल्स 3/2 RT सीगा, होना गया 3/2 nRT। लग गया पता? यस मैम। ठीक है, उन्हें क्वेश्चंस एक दो दिते हुए ने, ये कर सकते हैं ਆਪਾਂ, ਤੇ ਉਸ ਤੋਂ ਬਾਅਦ ਆਪਾਂ ਇਹ ਗ੍ਰਾਫ ਪੜਾਂਗੇ ਬੋल्ट्जमैन मैक्सवेल बोल्ट्जमैन डिस्ट्रीब्यूशन का। एक तो खुद कर लियो तुसी, हाँ वाला मैं करा रही हूँ। देखो की कह रहे हैं, एवरेज काइनेटिक एनर्जी ऑफ ऑक्सीजन मॉलिक्यूल, ऑक्सीजन मॉलिक्यूल दी कहंदा एवरेज काइनेटिक एनर्जी 300 केल्विन ते x जूल सी। ठीक है ओके मैम। मैम 300 केल्विन ते x जूल सी काइनेटिक एनर्जी एक व्हाट इज, मोल ओदी बहुत हाँ व्हाट इज एवरेज काइनेटिक एनर्जी ऑफ नाइट्रोजन एट 300 केल्विन?
ਨਾਈਟ੍ਰੋਜਨ ਦੀ 300 ਕੈਲਵਿਨ ਤੇ ਪੁੱਛ ਰਿਹਾ ਕਿੰਨੀ ਹੋ ਐਵਰੇਜ ਕਾਈਨੈਟਿਕ એનર્ਜੀ ਦਾ ਕੀ ਫਾਰਮੂਲਾ ਹੁੰਦਾ 3/2 kBT। ਯੈਸ ਮੈਮ KBT। ਹੁਣ ਆਕਸੀਜਨ ਵਾਸਤੇ ਇਹਦੀ ਵੈਲਿਊ x ਹੈ, ਨਾਈਟ੍ਰੋਜਨ ਵਾਸਤੇ ਚੇਂਜ ਹੋਊਗੀ ਕਿ x ਹੀ ਰਹੂਗੀ? ਮੈਮ ਚੇਂਜ ਹੋਏਗੀ। 300 ਕੈਲਵਿਨ ਤੇ ਵੀ ਚੇਂਜ ਹੋ ਜਾਊਗੀ। ਨਾ ਮੈਂ ਨਹੀਂ ਹੋਏਗੀ ਕਿਉਂਕਿ ਟੈਂਪਰੇਚਰ ਤੇ ਤਾਂ ਸੇਮ ਹੈ। ਹਾਂ ਬਾਕੀ ਚੀਜ਼ਾਂ ਦਾ ਵੈਸੇ ਹੀ ਕਾਂਸਟੈਂਟ ਹੈ, ਤਾਂ ਪਹਿਲੇ ਦਾ ਆਨਸਰ ਕੀ ਆਇਆ 300 ਹੀ ਆ ਗਿਆ। ਸਮਝ ਗਏ? ਯੈਸ ਮੈਮ। 600 ਕੈਲਵਿਨ ਤੇ ਬਦਲੇਗੀ ਕਿਉਂ? ਕਿਉਂਕਿ ਦੇਖੋ ਮੈਂ ਕੀ ਲਿਖ ਸਕਦੀ ਹਾਂ ਵੀ ਕਾਈਨੈਟਿਕ એનર્ਜੀ ਇਜ਼ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਟੈਂਪਰੇਚਰ ਹੈ, ਯੈਸ ਮੈਮ। ਕਿਉਂਕਿ ਹੋਰ ਤਾਂ ਕਿਸੇ ਚੀਜ਼ ਤੇ ਡਿਪੈਂਡ ਕਰ ਹੀ ਨਹੀਂ ਰਹੀ। ਤਾਂ ਕਾਈਨੈਟਿਕ એનર્ਜੀ ਜਿਹੜੀ ਸੀਗੀ ਆਕਸੀਜਨ ਦੀ ਕਾਈਨੈਟਿਕ એનર્ਜੀ ਸੀਗੀ ਜਿਹੜੀ, ਉਹ 300 ਕੈਲਵਿਨ ਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਸੀ ਕਿਉਂਕਿ ਉਹ 300 ਤੇ ਸੀ। ਹਾਂਜੀ ਮੈਮ। ਤੇ ਜੇ ਹੁਣ ਆਪਾਂ ਕਹੀਏ ਮਤਲਬ ਇਹਨੂੰ, ਇਹ ਹੋ ਗਿਆ ਇੱਕ ਚੀਜ਼। ਦੂਸਰੀ ਕਿਹਦੀ ਹੈ? ਨਾਈਟ੍ਰੋਜਨ। ਉਹ 600 ਕੈਲਵਿਨ ਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਹੋਊਗੀ ਕਿਉਂਕਿ 600 ਤੇ ਪੁੱਛੀ ਹੈ। ਤੇ ਦੋਨਾਂ ਨੂੰ ਡਿਵਾਈਡ ਕਰ ਦਿਓ, ਨਾਈਟ੍ਰੋਜਨ ਦੀ ਬਟਾ ਆਕਸੀਜਨ ਦੀ x ਹੈ, 600 ਬਟਾ 300 2 ਹੋ ਗਿਆ, ਤੇ ਨਾਈਟ੍ਰੋਜਨ ਦੀ ਕਾਈਨੈਟਿਕ એનર્ਜੀ 2x ਆ ਗਈ। ਯੈਸ ਮੈਮ। ਸਮਝ ਆਈ ਮੈਂ ਕੀਤਾ ਕਿਵੇਂ? ਹਾਂਜੀ ਮੈਮ ਆ ਗਈ। ਠੀਕ ਹੈ, ਹੁਣ ਇਹਨੂੰ ਕਰ ਲਓਗੇ, ਨੋਟ ਕਰਨਾ ਨੋਟ ਕਰ ਲੈ, ਕਿਆ ਸਮਝ ਆ ਗਿਆ? ਦੇਖ ਲੈ ਮੈਂ ਸਮਝ ਆ ਗਿਆ, ਅੱਗੇ ਉਸ ਤੋਂ ਹੀ ਦੇਖ ਕੇ ਕਰ ਲਾਂਗਾ ਉਹਦੇ ਬਾਅਦ ਚ। ਤੱਕ ਕੱਲੇ ਆंसर ही लिखे। ਇਹ क्वेश्चन ਤੁਸੀਂ ਆਪੇ ਕਰਕੇ ਟਰਾਈ ਕਰਿਓ। अच्छा है क्वेश्चन, वैसे आसान नहीं है, कोई वो नहीं है, वो वैसे लंबा। ਤੇ ਉਸ ਤੋਂ ਬਾਅਦ ਆਪਾਂ ਕਰਨੀ ਹੈ ਇਹ ਕਰਵ। ਠੀਕ ਹੈ, ਇਹ ਵੈਸੇ ਇੱਕ ਐਗਜ਼ਾਮਪਲ ਲੈ ਕੇ ਸਮਝਾਈ ਹੋਈ ਹੈ, ਐਕਚੁਅਲ ਕਰਵ ਅਗਲੇ ਪੇਜ ਤੇ ਆ ਵਾਲੀ ਹੈ ਕਰਵ, ਆਪਾਂ ਇੱਥੋਂ ਹੀ ਡਾਇਰੈਕਟਲੀ ਸਮਝਦੇ ਹਾਂ। ਠੀਕ ਹੈ, ਇਹ ਕੀ ਕਰਵ ਹੈ, ਲੈਟਸ ਸੀ। हेलो, हाँ जी आवाज आ रही बेटा? यस मैम। मैक्सवेल बोल्ट्जमैन डिस्ट्रीब्यूशन कर्व। एक कर्व सानू की दसदी है, मान लो भी ਉਹੀ ਕੋਈ सैंपल है, ठीक है, जिवें कोई बिकर है, ਇਹਦੇ ਵਿੱਚ गैस ਦੇ मॉलिक्यूल्स हैं, T1 ਟੈਂਪਰੇਚਰ ਸੀਗਾ, ਟੈਂਪਰੇਚਰ ਪੂਰੇ ਐਕਸਪੈਰੀਮੈਂਟ ਦੇ ਦੌਰਾਨ T1 ਹੀ ਰੱਖਿਆ ਸੀ। ਜਿਵੇਂ ਮੰਨ ਲਓ 300 ਕੈਲਵਿਨ ਤੇ ਅਸੀਂ ਸਟੱਡੀ ਕਰ ਰਹੇ ਹਾਂ, ਤੇ ਕਿਹੜੇ ਮੋਲੀਕਿਊਲ ਦੀ ਕਿੰਨੀ ਸਪੀਡ ਹੈ, ਜਾਂ ਕਹਿ ਲਓ ਇਹਦੇ ਵਿੱਚ ਮੰਨ ਲਓ 1 ਲੱਖ ਮੋਲੀਕਿਊਲਸ ਹੈ, ਉਹਨਾਂ ਵਿੱਚੋਂ ਅਸੀਂ ਕਹੀਏ ਜੀ 10,000 ਦੀ ਇਹ ਸਪੀਡ ਹੈ, 1 ਲੱਖ ਵਿੱਚੋਂ 20,000 ਦੀ ਇਹ ਸਪੀਡ ਹੈ, 30,000 ਦੀ ਇਹ ਸਪੀਡ ਹੈ, ਤਾਂ ਇੱਕ ਸਾਡੇ ਕੋਲ ਗ੍ਰਾਫ ਆ ਜਾਂਦਾ ਹੈ। ਉਹ ਸਾਇੰਟਿਸਟ ਇਹਨਾਂ ਨੇ ਦਿੱਤਾ ਸੀ, ਮੈਕਸਵੈਲ ਬੋਲਟਜ਼ਮੈਨ ਨੇ, ਇਸ ਕਰਕੇ ਉਹਨੂੰ ਮੈਕਸਵੈਲ ਬੋਲਟਜ਼ਮੈਨ ਡਿਸਟ੍ਰੀਬਿਊਸ਼ਨ ਕਰਵ ਕਹਿੰਦੇ ਆ, ਤੇ ਉਹ ਇਸ ਟਾਈਪ ਦਾ ਬਣਿਆ। ਇਹ T1 ਟੈਂਪਰੇਚਰ ਤੇ ਹੈ। ਹੁਣ ਇਹਦਾ ਇੱਧਰ ਕੀ ਹੈ, ਇੱਧਰ ਹੈਗੀਆਂ ਨੇ ਸਪੀਡਸ, ਠੀਕ ਹੈ, ਜਾਂ ਵੈਲੋਸਿਟੀ ਕਹਿ ਲਓ, ਇੱਧਰ ਹੈ ਫ੍ਰੈਕਸ਼ਨ ਆਫ ਮੋਲੀਕਿਊਲਸ। फ्रैक्शन ऑफ मॉलिक्यूल्स समझते हो? फ्रैक्शन मतलब हिस्सा, हिस्सा मतलब जे वैसे कहिए जी 10 मॉलिक्यूल्स है, गिनती है ये भी 10 20, ये जिवें 0 तो शुरू हो रहे हैं, उरे मान लो 100 है, कितने मॉलिक्यूल्स हैं, कितने मॉलिक्यूल्स दी कितनी फ्रैक्शन ऑफ मॉलिक्यूल 100 मॉलिक्यूल्स दी आ वाली स्पीड पाई गई,
ठीक है। अगले 200 मॉलिक्यूल्स दी ए वाली स्पीड 200 दी, अगले नहीं मतलब ਉਹਨਾਂ ਵਿੱਚੋਂ ਕੋਈ 200 ਮੋਲੀਕਿਊਲਸ ਦੀ ਇਹ ਸਪੀਡ हाँ जी। ਪਾਈ ਗਈ, 300 ਦੀ ਆ ਵਾਲੀ ਸਪੀਡ ਪਾਈ ਗਈ। ਇਹ ਗ੍ਰਾਫ ਲੱਗ ਗਿਆ ਪਤਾ? यस मैम। ठीक है। ਹੁਣ ਇਹਦੇ ਕੁਝ ਪੁਆਇੰਟਸ ਨੇ, ਉਹ ਕੀ ਪੁਆਇੰਟਸ ਨੇ ਉਹ ਆਪਾਂ ਸਮਝਨੇ ਆ। ਤੇ ਇਹ ਦੇਖਿਆ ਗਿਆ ਵੀ ਆ ਪੀਕ ਹੈ ਜਿਹੜੀ, ਹੁਣ ਮੈਨੂੰ ਇਹ ਦੱਸ ਪੀਕ ਦਾ ਮਤਲਬ ਕੀ ਹੁੰਦਾ? ਹਾਈਐਸਟ ਕੀ ਚੀਜ਼ ਹਾਈਐਸਟ ਦਿਖ ਰਹੀ ਹੈ ਤੈਨੂੰ? मैम ये फ्रैक्शन ऑफ मॉलिक्यूल्स। ਹਾਂ ਇੱਥੇ ਹੀ ਬੱਚੇ ਗਲਤੀ ਕਰਦੇ ਆ, ਸਪੀਡ ਨਹੀਂ ਹਾਈਐਸਟ ਹੈਗੀ ਇਹ, ਕਿਉਂਕਿ ਸਪੀਡ ਤਾਂ ਇਹ ਵਾਲੀ ਜੇ ਮੈਂ ਕਹਾਂ ਜੀ ਆ ਸਪੀਡ ਹੈ, ਇਹ ਸਪੀਡ ਵੱਧ ਹੈ, ਇਹ ਵਾਲੀ ਸਪੀਡ ਥੋੜੀ ਹਾਈਐਸਟ ਹੈ। ਉਰੇ ਹਾਈਐਸਟ ਫ੍ਰੈਕਸ਼ਨ ਆਫ ਮੋਲੀਕਿਊਲਸ ਹੈ। ਹਾਈਐਸਟ ਫ੍ਰੈਕਸ਼ਨ ਆਫ ਮੋਲੀਕਿਊਲ ਦਾ ਮਤਲਬ ਕੀ ਹੈ ਵੀ ਜੇ ਅਸੀਂ ਕਹੀਏ 1 ਲੱਖ ਹੈ, 1 ਲੱਖ ਵਿੱਚੋਂ ਮੰਨ ਲਓ ਜੀ 60,000 ਮੋਲੀਕਿਊਲ ਦੀ ਆ ਵਾਲੀ ਸਪੀਡ ਸੀਗੀ, ਜਾਂ ਅਸੀਂ ਕਹਾਂਗੇ ਜੀ ਕਲਾਸ ਵਿੱਚ 10 ਬੱਚੇ ਹੈ, 10 ਵਿੱਚੋਂ 6 ਬੱਚਿਆਂ ਦੇ ਇੰਨੇ ਨੰਬਰ ਹੈ, ਤਾਂ ਕੀ ਇਹ ਸਪੀਡ ਮੋਸਟ ਪ੍ਰੋਬੇਬਲ ਸਪੀਡ ਨਹੀਂ ਬੋਲੀ ਜਾਊਗੀ? यस मैम यही बोल रही हाँ, क्योंकि ये वाली जड़ी पीक ये दसदी है भी ये वाली स्पीड सब तो ज्यादा नंबर ऑफ मॉलिक्यूल्स ने रखी हुई है, सब तो ज्यादा नंबर ऑफ मॉलिक्यूल्स इस स्पीड नाल ट्रैवल कर रहे हैं। तो उस तो थोड़ी जी ज्यादा केड़ी स्पीड हुंदी है? एवरेज 8 RT/πm, तो ये एवरेज है। उस तो होर ज्यादा केड़ी हुंदी है? RMS। तो ये स्पीड केड़ी है? RMS। समझ गए? यस मैम। ठीक है। ਹੁਣ ਇਹਦੇ ਪੁਆਇੰਟਸ ਦੇਖਦੇ ਆ ਤੇ ਇਹ ਵੀ ਪਾਇਆ ਗਿਆ ਜੇ ਹੁਣ ਇਹੀ ਸੈਂਪਲ ਦਾ ਆਪਾਂ 600 ਕੈਲਵਿਨ ਤੇ ਜਾਂ ਕਿਸੇ ਹਾਈ ਟੈਂਪਰੇਚਰ ਤੇ ਸਟੱਡੀ ਕਰੀਏ ਤਾਂ ਕਰ ਥੋੜੀ ਜੀ ਇੱਧਰ ਨੂੰ ਹੋਗੀ T2 ਟੈਂਪਰੇਚਰ ਤੇ T2 ਇਜ਼ ਹਾਇਰ ਦੈਨ T1। ਅਸੀਂ ਉਹਨੂੰ ਬੋਲਦੇ ਆ ਵੀ ਜਿਹੜੀ ਕਰਵ ਸੀਗੀ ਉਹ ਫਲੈਟ ਹੋ ਗਈ, ਕਰਵ ਗੈਟਸ ਫਲੈਟਨਡ। ਠੀਕ ਹੈ, ਉਹ ਦੇਖਦੇ ਆ ਉਹਦਾ ਕੀ ਮਤਲਬ ਹੈ। ਆ ਦੇਖੋ ਇਹ ਤਾਂ ਬਣਿਆ ਹੋਇਆ ਤਾਂ ਸਮਝ ਗਏ, ਉਹੀ ਸਾਰਾ ਫ੍ਰੈਕਸ਼ਨ ਇਹ ਲਿਖ ਲਿਓ, ਇਹ ਥੋੜਾ ਜਿਹਾ ਉਰੇ ਕੱਟਿਆ ਹੋਇਆ ਫ੍ਰੈਕਸ਼ਨ ਆਫ ਮੋਲੀਕਿਊਲ ਹੈਗਾ, ਸੌਰੀ ਫ੍ਰੈਕਸ਼ਨ ਆਫ ਮੋਲੀਕਿਊਲਸ ਹੈ ਇੱਧਰ ਸਪੀਡ ਨੇ। ਦੀ ਕਰਵ ਇਜ਼ ਬਿਟਵੀਨ ਫ੍ਰੈਕਸ਼ਨ ਆਫ ਮੋਲੀਕਿਊਲਸ ਐਂਡ ਯੂ ਮੀਨਸ ਸਪੀਡ। ਠੀਕ यस। ਤੇ ਆ ਵੈਸੇ ਇਹਨਾਂ ਨੇ ਮਾਰਕਸ ਜਿਵੇਂ ਬੱਚਿਆਂ ਦੇ ਨੇ ਉਹ ਐਗਜ਼ਾਮਪਲ ਲੈ ਕੇ ਸਮਝਾਇਆ ਸੀਗਾ। ਤੇ ਫ੍ਰੈਕਸ਼ਨ ਆਫ ਮੋਲੀਕਿਊਲਸ ਕਰਵ ਦੱਸਦਾ ਵੀ ਕੀ ਹੈਗਾ ਡਿਸਟ੍ਰੀਬਿਊਸ਼ਨ, ਮਤਲਬ ਕਿਦਾਂ ਕਿਦਾਂ ਡਿਸਟ੍ਰੀਬਿਊਟ ਹੈ। ਫ੍ਰੈਕਸ਼ਨ ਆਫ ਮੋਲੀਕਿਊਲਸ ਪੋਜੈਸਿੰਗ ਅ ਪਾਰਟਿਕੂਲਰ ਸਪੀਡ ਆਰ plotted means draw ਕੀਤਾ ਗਿਆ against their corresponding speed at a particular temperature। ਇਹ ਕਰਵ ਨੂੰ ਕਹਿੰਦੇ ਨੇ ਮੈਕਸਵੈਲ ਬੋਲਟਜ਼ਮੈਨ ਡਿਸਟ੍ਰੀਬਿਊਸ਼ਨ ਕਰਵ। ਹੁਣ ਇਹ ਜਿਹੜਾ ਲਿਖਿਆ ਹੋਇਆ ਇਹਦੇ ਪੁਆਇੰਟਸ ਨੇ, ਅੱਜ ਆਪਾਂ ਇਹ ਵਾਲਾ PDF ਖਤਮ ਕਰਨਾ ਹੀ ਹੈ, ਉਸ ਤੋਂ ਬਾਅਦ ਮੈਂ ਅਗਲਾ ਵੈਸੇ ਗਰੁੱਪ 'ਚ ਭੇਜਤਾ, ਬਟ ਦੇਖਦੇ ਹਾਂ ਜੇ ਉਹ ਟਾਈਮ ਲੱਗਿਆ ਨਹੀਂ ਫਿਰ ਕੱਲ ਕਰਾਂਗੇ। ਕੱਲ ਤਾਂ ਤੁਹਾਡਾ ਟੈਸਟ ਵੀ ਬਣਾਉਣਾ ਹੈ ਨਾ 6 ਤਰੀਕ। ਪੇਪਰ ਕਦੋਂ ਤੋਂ ਸ਼ੁਰੂ ਨੇ? ਉਹਨਾਂ ਦਾ ਤਾਂ ਅੱਜ ਵੀ ਪੇਪਰ ਸੀਗਾ। ਤੇਰਾ ਵੀ ਸੀ? मैम सानिया भी सी आज ताई। ਹਾਂ ਇਕੱਠੇ ਹੀ ਸੀਗਾ। ਅੱਛਾ ਉਹਨਾਂ ਦਾ ਟਾਈਮਿੰਗ ਹੋ ਰਿਹਾ। ਅੱਜ ਕਾਹਦਾ ਪੇਪਰ ਸੀ? मैम आज केमिस्ट्री ਦਾ ਹੀ ਸੀਗਾ ਪਰ ਕੈਮਿਸਟਰੀ ਦਾ ਤਾਂ 13 ਨਾ ਤਰੀਕ। ਮੈਮ ਅੱਜ केमिस्ट्री ਦਾ ਸੀਗਾ, केमिस्ट्री ਵਾਲੇ ਮੈਮ ਕਹਿ ਰਹੇ ਸੀ ਪਰ ਲਿਆ ਹੀ ਨਹੀਂ ਉਹਨਾਂ ਨੇ। ਕਿਉਂ ਫਿਜ਼ਿਕਸ ਦਾ ਡੇਟ ਲੈ ਲਿਆ। ਨਹੀਂ ਹੈਗੀ? ਡੇਟ ਤਾਂ 12 ਦੀ 13 ਦੀ ਸੀਗੀ। ਨਾ ਮੈਮ ਉਹ ਹੈ ਕੀ ਕਹਿੰਦੇ ਕਿ ਰਿਵੀਜ਼ਨ ਟੈਸਟ ਅੱਛਾ केमिस्ट्री ਵਾਲੇ ਮੈਮ ਦਾ ਸੀ, ਫਿਜ਼ਿਕਸ ਵਾਲੇ ਸਰ ਨੇ ਲੈ ਲਿਆ ਪਰ। ਨਾਲੇ ਪੇਪਰ ਚੱਲ ਰਹੇ ਨਾਲੇ ਰਿਵੀਜ਼ਨ ਟੈਸਟ, ਫਿਰ ਵਿੱਚ ਲਈ ਜਾਂਦੇ ਆ ਸਾਰਾ ਕੁਝ। ਨਾ ਮੈਮ ਅਜੇ ਪੇਪਰ ਹੋਣੇ ਨਾ ਤਾਂ ਉਸ ਤੋਂ ਪਹਿਲਾਂ ਰਿਵੀਜ਼ਨ ਟੈਸਟ ਲੈ ਰਹੇ ਹੁਣ ਜਿਹੜੇ ਹੋ ਰਹੇ ਆ ਰਿਵੀਜ਼ਨ ਟੈਸਟ ਹੈ। अच्छा अच्छा चलो important points about Maxwell-Boltzmann distribution curve। अच्छा एक और इंटरेस्टिंग चीज देखो ਆਪਾਂ ਬਣਾਈ ਸੀਗੀ ਜਿਹੜੀ ਕਰਵ T1 ਟੈਂਪਰੇਚਰ ਤੇ ਦੇਖੋ ਇੱਧਰ ਦੀਆਂ ਜਿਹੜੀਆਂ ਸਪੀਡਸ ਹੈ T1 ਤੇ ਫੋਕਸ ਕਰੀ ਕੱਲਾ T2 ਤੇ ਨਹੀਂ, ਹਲੇ ਜਿਹੜੀਆਂ ਇਹ ਸਪੀਡ ਹੈ ਕੀ ਇਹ ਸਪੀਡ ਘੱਟ ਸਪੀਡ ਹੋਊ ਕਿ ਬਹੁਤ ਜ਼ਿਆਦਾ ਸਪੀਡ ਹੈ? ਇਹ ਮੈਮ ਘੱਟ ਹੋਏਗੀ। ਘੱਟ ਹੈ ਤਾਂ ਘੱਟ ਸਪੀਡ ਘੱਟ ਨੰਬਰ ਆਫ ਮੋਲੀਕਿਊਲ ਦੀ ਹੋਈ ਹੈਗੀ ਹੈ, ਇਜ਼ਨਟ ਇਟ? ਤੇ ਆਹ ਵਾਲੀ ਸਪੀਡ ਘੱਟ ਹੈ ਕਿ ਜ਼ਿਆਦਾ ਹੈ? ਇੱਧਰ ਨੂੰ ਵਾਲੀਆਂ ਸਪੀਡਾਂ ਜ਼ਿਆਦਾ ਹੈ। ਜ਼ਿਆਦਾ ਹੈ ਤਾਂ ਜ਼ਿਆਦਾ ਸਪੀਡ ਵੀ ਘੱਟ ਨੰਬਰ ਆਫ ਮੋਲੀਕਿਊਲ ਦੀ ਹੋਈ ਹੈ, ਇਜ਼ਨਟ ਇਟ? ਯੈਸ ਮੈਮ। ਤੇ ਵਿਚਕਾਰ ਦੀਆਂ ਸਪੀਡ ਨੇ ਸਭ ਤੋਂ ਜ਼ਿਆਦਾ ਮੋਲੀਕਿਊਲ ਦੀਆਂ, ਤਾਂ ਆਪਾਂ ਕਹਿ ਸਕਦੇ ਹਾਂ ਕਿ ਵੈਰੀ ਲੋ ਤੇ ਵੈਰੀ ਹਾਈ ਸਪੀਡ, ਵੈਰੀ ਲੋ ਤੇ ਵੈਰੀ ਹਾਈ ਸਪੀਡ ਇਜ਼ ਪੋਜੈਸਡ ਬਾय ਸਮਾਲ ਫ੍ਰੈਕਸ਼ਨ ਆਫ ਮੋਲੀਕਿਊਲਸ। ਯੈਸ ਮੈਮ। ਉਹੀ ਲਿਖਿਆ ਓਨਲੀ ਅ ਸਮਾਲ ਫ੍ਰੈਕਸ਼ਨ ਆਫ ਮੋਲੀਕਿਊਲਸ ਹੈਵ ਲੋ ਸਪੀਡ। ਅੱਗੇ ਹਾਈ ਵਾਲਾ ਵੀ ਪੁਆਇੰਟ ਆਊਗਾ, ਥੋੜੇ ਮੋਲੀਕਿਊਲ ਦੀ ਘੱਟ ਸਪੀਡ ਹੁੰਦੀ ਹੈ। ਇਨ ਹਾਈ ਸਪੀਡ ਰੇਂਜ ਹਾਈ ਸਪੀਡ ਵੀ ਫ੍ਰੈਕਸ਼ਨ ਆਫ ਮੋਲੀਕਿਊਲਸ ਘੱਟ ਹੁੰਦੇ, ਠੀਕ ਹੈ। ਪੀਕ ਆਫ ਦਾ ਕਰਵ ਇਹ ਆਪਾਂ ਕਰ ਚੁੱਕੇ। ਪੀਕ ਆਫ ਦਾ ਕਰਵ ਕੀ ਡਿਨੋਟ ਕਰਦੀ ਹੈ? ਮੋਸਟ ਪ੍ਰੋਬੇਬਲ ਸਪੀਡ ਐਟ ਦਾ ਸਪੀਡ ਐਕਸਿਸ, ਠੀਕ।
ਅੱਗੇ ਕੀ ਕਹਿੰਦਾ, ਇਫ ਵੀ ਇਨਕਰੀਜ਼ ਦ ਟੈਂਪਰੇਚਰ, ਆ ਬਣਾਇਆ ਸੀ ਪਿੱਛੇ ਆਪਾਂ, ਦ ਕਰਵ ਗੈਟ ਫਲੈਟਨਡ। ਠੀਕ ਹੈ, ਹੁਣ yes ਫਲੈਟਨ ਦਾ ਇੰਟਰਸਟਿੰਗ ਪੁਆਇੰਟ ਦੇਖੋ ਕੀ ਹੈ। ਹੁਣ ਜੇ ਮੈਂ ਤੁਹਾਨੂੰ ਪੁੱਛਾਂ ਇਹਦੀ ਮੋਸਟ ਪ੍ਰੋਬੇਬਲ ਸਪੀਡ ਵਧੀ ਹੈ ਕਿ ਘਟੀ ਹੈ, ਕੀ ਜਵਾਬ ਦਵਾਂਗੇ? मैम मोस्ट प्रोबेबल स्पीड T2 मैम ਟੈਂਪਰੇਚਰ। ਵਧੀਆ ਹੈ ਹਾਂ ਸਪੀਡ ਵਧੀ ਹੈ, ਬਟ ਫ੍ਰੈਕਸ਼ਨ ਆਫ ਮੋਲੀਕਿਊਲਸ ਹੈਵਿੰਗ ਦ ਮੋਸਟ ਪ੍ਰੋਬੇਬਲ ਸਪੀਡ ਘਟਿਆ। ਇਹ ਸਮਝਦੇ ਨੀਚੇ ਆ ਗਈ ਨਾ। ਜਿਵੇਂ ਮੰਨ ਲਓ 10 yes मैम ਬੱਚੇ ਸੀ, 10 ਵਿੱਚੋਂ 6 ਬੱਚਿਆਂ ਦੇ ਪਹਿਲਾਂ ਮੰਨ ਲਓ ਟੈਸਟ ਵਿੱਚੋਂ 70 ਨੰਬਰ 50 ਨੰਬਰ ਆਏ ਮੰਨ ਲਓ। ਠੀਕ ਹੈ, ਹੁਣ 10 ਵਿੱਚੋਂ 5 ਬੱਚਿਆਂ ਦੇ ਨੰਬਰ ਆਏ, ਬਟ ਉਹ ਨੰਬਰ ਵੱਧ ਗਏ, ਜਿਵੇਂ 70 ਨੰਬਰ ਆਏ, ਉਹ ਸੀਨ ਹੈ। ਬੱਚਿਆਂ ਦਾ ਨੰਬਰ ਘਟ ਗਿਆ, ਉਹ ਚੀਜ਼ ਦਾ ਉਹ ਮੈਗਨੀਟਿਊਡ ਵੱਧ ਗਿਆ, ਸਪੀਡ ਵੱਧ ਗਈ, ਜਾਂ ਕਹਿ ਲਓ ਮਾਰਕਸ ਵੱਧ ਗਏ ਜਿੰਨੇ ਬੱਚਿਆਂ ਨੇ ਲਏ ਨੇ। ਇਹ ਸਾਰੇ ਕੁਐਸਚਨਸ ਆਣਗੇ ਕਿ ਗ੍ਰੇਟਰ ਨੰਬਰ ਆਫ ਮੋਲੀਕਿਊਲਸ ਹੈਵਿੰਗ ਹਾਈ ਵੈਲੋਸਿਟੀ ਵਾਈਲ ਫਿਊ ਮੋਲੀਕਿਊਲਸ, ਇਹ ਤਾਂ ਵੈਸੇ ਲਿਖਿਆ ਫਲੈਟ ਦਾ ਮਤਲਬ ਇੱਧਰ ਨੂੰ ਹੋਗੀ ਜਿਹੜੀ ਹੈ, ਇਹ ਪੈਨਸਿਲ ਵਾਲਾ ਤੁਸੀਂ ਛੱਡ ਵੀ ਸਕਦੇ ਹੋ। ਬਾਈ ਇਨਕਰੀਜ਼ਿੰਗ ਦਾ ਟੈਂਪਰੇਚਰ ਸਾਰੀਆਂ ਵੈਲੋਸਿਟੀਜ਼ ਵਧਣਗੀਆਂ, ਇੱਧਰ ਨੂੰ yes ਹੋਈ ਹੈ मैम ਨਾ, ਸਾਰੀ ਦੀ ਸਾਰੀ ਕਰਵ ਫਲੈਟ ਹੋ ਗਈ, ਤੇ ਉਹ ਵੱਧ ਗਿਆ, ਸੌਰੀ ਵੈਲਿਊਜ਼ ਵੱਧ ਗਈਆਂ ਸਪੀਡ ਦੀਆਂ, ਬਟ ਫ੍ਰੈਕਸ਼ਨ ਆਫ ਮੋਲੀਕਿਊਲਸ ਘਟ ਗਿਆ। ਉਹ ਸਪੀਡ ਵੀ ਕਿੰਨੇ ਮੋਲੀਕਿਊਲ ਦੀ ਹੋ ਸਕਦੀ ਹੈ? yes मैम ਠੀਕ ਹੈ, ਏਰੀਆ ਅੰਡਰ ਦਾ ਕਰਵ। ਅੱਛਾ ਇਹ ਗੱਲ ਜ਼ਰੂਰ ਯਾਦ ਰੱਖਣੀ ਹੈ, ਏਰੀਆ ਅੰਡਰ ਦਾ ਕਰਵ ਸੇਮ ਰਹਿੰਦਾ ਸਾਰੇ ਟੈਂਪਰੇਚਰਸ ਤੇ। ਏਰੀਆ ਅੰਡਰ ਦਾ ਕਰਵ ਮਤਲਬ ਆ ਜਿਹੜਾ ਓਵਰਆਲ ਏਰੀਆ ਹੈ, ਜਿਹੜਾ T1 ਟੈਂਪਰੇਚਰ ਤੇ ਸੀ, ਉਹੀ T2 ਟੈਂਪਰੇਚਰ ਤੇ ਵੀ ਉਨਾ ਹੀ ਏਰੀਆ ਕਵਰ ਕਰੇਗੀ ਕਰਵ। ਠੀਕ, okay at high temperature fraction of molecules in the low region decreases। ਹੁਣ ਹਾਈ ਟੈਂਪਰੇਚਰ ਤੇ ਇਹ ਤੁਸੀਂ ਦੇਖੋ ਇਹ ਘਟ ਗਿਆ ਕਿ ਨਹੀਂ ਘਟਿਆ? ਹਾਈ ਟੈਂਪਰੇਚਰ ਤੇ ਜੇ ਮੈਂ ਕਹਾਂ ਜੀ ਆ ਵਾਲਾ ਦੇਖੋ, ਹੁਣ मैम कटेगा ਹਾਈ ਟੈਂਪਰੇਚਰ ਤੇ ਸਿਰਫ ਇੰਨੇ ਮੋਲੀਕਿਊਲਸ ਦੀ ਘੱਟ ਸਪੀਡ ਸੀ, ਬਟ T1 ਤੇ ਇੰਨੇ ਮੋਲੀਕਿਊਲਸ ਦੀ ਘੱਟ ਸਪੀਡ ਸੀ। ਨੈਚੁਰਲੀ ਜੇ yes ਟੈਂਪਰੇਚਰ ਵਧਾ ਰਹੇ ਹਾਂ, ਓਵਰਆਲ ਸਪੀਡ ਤਾਂ ਵਧੇਗੀ ਹੋਈ ਨਾ ਗੈਸ ਦੀ ਸੈਂਪਲ ਦੀ, ਕਿਉਂਕਿ એનર્ਜੀ ਦੇ ਰਹੇ ਹੋ ਤੁਸੀਂ ਉਹਨੂੰ। ਠੀਕ ਹੈ, ਇਹ ਵੈਸੇ ਸਾਰੇ ਪੁਆਇੰਟ ਕੰਪੀਟੀਸ਼ਨ ਦੇ ਨੇ, ਫਿਰ ਬਾਰ-ਬਾਰ ਕਹਿ ਰਹੀ ਹਾਂ ਫ੍ਰੈਕਸ਼ਨ ਆਫ ਮੋਲੀਕਿਊਲਸ ਵਧਦੇ ਆ, ਬਟ ਉਹ ਹੁੰਦੇ ਨੇ ਇਨ ਹਾਈ ਸਪੀਡ ਰੀਜਨ ਬਾਈ ਇਨਕਰੀਜ਼ਿੰਗ ਦ ਟੈਂਪਰੇਚਰ ਫ੍ਰੈਕਸ਼ਨ ਆਫ ਮੋਲੀਕਿਊਲ, ਮਤਲਬ ਉਹ ਵਾਲੇ ਮੋਲੀਕਿਊਲ ਵੱਧ ਗਏ ਜਿਨ੍ਹਾਂ ਦੀ ਸਪੀਡ ਹਾਈ ਹੈ। हाई सी yes ਠੀਕ ਹੈ, ਅੱਛਾ ਇੱਕ ਇਹ ਤਾਂ जेई एडवांस ਚ ਬਲਕਿ ਜ਼ਿਆਦਾ ਆਇਆ ਹੋਇਆ ਇੱਕ ਪੁਆਇੰਟ ਹੈ, ਕਰਨਾ ਕਰ ਲਓ, ਛੱਡਣਾ ਛੱਡ ਸਕਦੇ ਹੋ। ਐਟ ਦ ਸੇਮ ਟੈਂਪਰੇਚਰ ਸੇਮ ਹੈ, ਬਟ ਮੋਲੀਕੂਲਰ ਮਾਸ ਮਤਲਬ ਗੈਸ ਚੇਂਜ ਕਰਤੀ। ਹਾਈ ਮੋਲੀਕੂਲਰ ਮਾਸ, ਜਿਵੇਂ ਮੰਨ ਲਓ ਕੋਈ ਗੈਸ ਲੈ ਲਓ ਤੁਸੀਂ, ਆਕਸੀਜਨ ਤੇ ਹਾਈਡਰੋਜਨ ਦੀ ਕਰਵ, ਤਾਂ ਜਿਹੜੀ ਮੋਲਰ ਮਾਸ ਜਿਹਦਾ ਹਾਈ ਆ ਉਹ ਕਰਵ ਉਨੀ ਇੱਧਰ ਨੂੰ ਹੋਊਗੀ। ਠੀਕ ਹੈ, ਸਟੀਪ ਹੋਊਗੀ ਉਹਦੀ ਕਰਵ ਹਾਈ ਟੈਂਪਰੇਚਰ ਵਾਲੇ, ਸੌਰੀ ਹਾਈ ਟੈਂਪਰੇਚਰ ਨਹੀਂ, ਟੈਂਪਰੇਚਰ 300 ਕੈਲਵਿਨ ਤੇ ਇੱਕ ਅਸੀਂ ਹਾਈਡਰੋਜਨ, मोलर मास ਹਾਂ ਇੱਕ ਹਾਈਡਰੋਜਨ ਸਟੱਡੀ ਕਰ ਰਹੇ ਹਾਂ, ਇੱਕ ਆਕਸੀਜਨ, ਤਾਂ ਆਕਸੀਜਨ ਦੀ ਕਰਵ ਜ਼ਿਆਦਾ ਸਟੀਪ ਹੋਊਗੀ। ਉਹਦਾ ਰੀਜ਼ਨ ਕੀ ਹੈ? ਕਿਉਂਕਿ ਮੋਲਰ ਮਾਸ ਦੇ ਇਨਵਰਸਲੀ ਪ੍ਰੋਪੋਰਸ਼ਨਲ ਹੈ ਸਪੀਡ, ਜੇ ਮੋਲਰ ਮਾਸ ਜ਼ਿਆਦਾ ਹੈ ਤਾਂ ਸਪੀਡ ਘਟ ਜੂਗੀ, ਘਟੀ ਹੋਈ ਸਪੀਡ ਮਤਲਬ ਇੱਧਰ ਨੂੰ ਜਾਊ। ਲੱਗ ਗਿਆ ਪਤਾ? ਠੀਕ ਹੈ, ਮੋਸਟ ਪ੍ਰੋਬੇਬਲ ਸਪੀਡ ਦੀ ਵੈਲਿਊ ਘਟੂਗੀ, ਬਟ ਫ੍ਰੈਕਸ਼ਨ ਆਫ ਮੋਲੀਕਿਊਲਸ ਹਾਈ ਹੋਊਗਾ, ਸਾਨੂੰ ਪਤਾ ਹੀ ਹੈ। ਇਹ ਹਲੇ ਰਹਿਣ ਦਿਓ, JEE ਐਡਵਾਂਸ ਦਾ ਇਹ ਵਿੱਚ ਇੱਕ ਡਿਸਕਸ਼ਨ ਕੀਤੀ ਹੋਈ ਹੈ, ਇਹ ਹਲੇ ਰਹਿਣ ਦਿਓ, ਪਹਿਲਾਂ ਤੁਹਾਡਾ ਖਤਮ ਕਰਾ ਦਾਂ ਫਿਰ ਐਂਡ ਚ ਕਰਾਂਗੇ। ਹੁਣ ਤੁਹਾਡੇ 4 PDF ਆਪਾਂ ਕਰ ਲਏ ਨੇ, 5ਵਾਂ ਮੈਂ ਤੁਹਾਨੂੰ ਭੇਜਤਾ, ਬਟ ਉਹ ਹਲੇ ਆਪਾਂ ਅਗਲੀ ਕਲਾਸ 'ਚ ਡਿਸਕਸ਼ਨ ਕਰਾਂਗੇ। ਠੀਕ ਹੈ, ਅੱਜ ਲਈ ਇੰਨਾ ਹੀ, ਦੇਖਦੀ ਹਾਂ ਜੇ ਟਾਈਮ ਲੱਗਿਆ, ਬਾਕੀ ਤਾਂ ਫਿਰ ਆ ਕੇ ਹੀ ਕਰਾਂਗੇ। ਓਕੇ ਬੇਟਾ।